ना पढ़े लिखे बच्चों को मिले रोजगार भी भर के जहाज ताइयों जाना पैंदा बाहर भी। कल्ले कल्ले मापियां दे पुत्त कई एजेंट खा गए, कई तो मापियां नूं पुत्तां दी ना मिली लाश भी। चिट्टा जड़ी गली विचों लै लो मर्जी, इत्थे फसलां च पाउण नूं ना खाद मिलदी। सच इत्थे कातों ना दिखावे गोदी मीडिया, दिन रात झूठ ही फैलावे गोदी मीडिया। साडे हिस्से लीडरां दे तोहफे वड्डे गप्प आए, पहलां मुर्गे दे वांगू सानूं दित्ता शिलवी। चिट्टा जड़ी गली विचों लै लो मर्जी, इत्थे फसलां च पाउण नूं ना खाद मिलदी। हुण वोटां ने ਉਹ ਸਕੂਲਾਂ 'ਚ ਪੈਣੀਆਂ ਨੇ, ਉੱਥੇ ਤਾਂ ਕਰੋਨਾ ਗਾ, ਫਿਰ ਨਹੀਂ ਪੈਣੀਆਂ ਚਾਹੀਦੀਆਂ ਵੋਟਾਂ, ਹੈ ਨਾ। ਜੇ ਹੁਣ ਪੇਰੈਂਟਸ ਆ ਉਸ ਵੋਟਾਂ ਪਾਉਣ ਜਾਣਗੇ ਤਾਂ ਉਹਨਾਂ ਨੂੰ ਕਰੋਨਾ ਹੋ ਜੂਗੀ। ਕੋਈ ਸਿਸਟਮ ਤੇ ਕੋਈ ਰੂਲ ਨਹੀਂ, ਕੋਈ ਹਸਪਤਾਲ ਨਾ ਸਕੂਲ ਨਹੀਂ, ਭਾਵੇਂ ਲੱਖ ਕੀਤੀਆਂ ਖੁਦਕੁਸ਼ੀਆਂ ਰੱਸੇ ਪਾ ਕੇ ਟਾਲੀ ਨਾ। ਬਸ ਇੱਕੋ ਗੱਲ ਦਾ ਫਕਰ ਸਾਨੂੰ ਕਿ ਕੱਟੜ ਅਕਾਲੀਆਂ ਅੰਦਰ ਖਾਤੇ ਨਿਭਦੀ ਆਈ ਕਾਂਗਰਸ ਨਾਲ ਯਾਰੀ। ਗੈਂਗਸਟਰ ਵੀ ਦਿੱਤੇ ਤੁਹਾਨੂੰ ਕਰਕੇ ਪੂਰੀ ਤਿਆਰੀ, नाल नशियां नाल दरिया थोड़े लिए हुण दिता खाली ना। बस इक्को गल दा फकर सानू कि कट्टड़ अकाली हाँ। नारे दिंदे ने कि पंजाब चोण, पर सवाल तो यह कि पंजाब नूं बर्बाद किने कीता पिछले समय दे विच, है ना। कोई पार्टी लैके आउंदी है भी मैं ये कुछ देऊँगा, 1000 रुपया महिलावां नूं देऊँगा, तो दूजे उन्हां ते क्वेश्चन करदे आ, उन ते सवाल खड़े कर दिंदे आ भी इन्ना पैसा ये कित्थों आऊगा। ते उन्हां नूं मेरा सवाल है भी पहला वाला इन्ना पैसा गया कित्थे। उंज पंजाब गुरां दी धरती सब तो वध पर ठेके, पाक पवित्र शहरां दे विच नशे जांदे ने वेचे। चोरां दे नाल कुत्ती रल गई, राखी बैठी बारां दी, भैड़े नशे मारू हथियार ते गैंगस्टर ये भी देण सरकारां दी। टीचर बैठे धरनियां ते स्कूलों विच करोना, फिर तां छित्तर इदां ही खाने जे ना इकट्ठे होना। वैक्सीन भी बेच के खा गए सुर्खी ये अखबारां दी, भैड़े नशे मारू हथियार ते गैंगस्टर ये भी देण सरकारां दी। मजबूरियां कारण मजदूरां दे बच्चे रह जांदे, मजबूरियां कारण दिहाड़ीदारां दे बच्चे रह जांदे। पर हुण जिवें इस तो छोटी कुड़ी है वो 10वीं चों मैनूं हटाउणी पई, क्योंकि इहदी पढ़ाई फिर खराब हुंदी सीगी, इस करके फिर मैनूं ਉਹਨੂੰ ਸਕੂਲ 'ਚ ਹਟਾਉਣਾ ਪਿਆ। ਮੈਂ ਚੱਲ ਪੁੱਤ ਤੈਨੂੰ ਚੱਲ ਅਗਲੇ ਸਾਲ ਪ੍ਰਾਈਵੇਟ ਦੇਖ ਲਾਂਗੇ, ਤੂੰ 5-4 ਹਜ਼ਾਰ ਫੀਸ ਕਰਵਾ ਲਾਂਗੇ, ਹੈ ਨਾ। ਤੁਸੀਂ ਕਿੰਨੀਆਂ ਪੜ੍ਹੇ ਨੇ ਮਾਤਾ? ਮੈਂ ਪੜ੍ਹਿਆ ਅਨਪੜ੍ਹ ਹੈਗੇ ਹੋ, ਪਰ ਕਵਿਤਾ ਤੁਸੀਂ ਬੋਲਦੇ ਹੋ ਵੀ ਕਵਿਤਾ ਨੂੰ ਵੀ ਕਿਸ ਤਰੀਕੇ ਨਾਲ ਲੈਣਾ ਵਿੱਚ ਪਰੋਇਆ ਜਾਣਾ। ਹਾਂਜੀ, ਇਹ ਬੋਲ ਕੇ ਬੇਟੀ ਨੂੰ ਸੈਂਡ ਕਰ ਦਿੰਦਾ, ਬੋਲ ਕੇ ਬੇਟੀ ਰਿਕਾਰਡਿੰਗ ਕਰਕੇ ਬੇਟੀ ਨੂੰ ਸੈਂਡ ਕਰ ਦਿੰਦਾ, ਤੇ ਫਿਰ ਇਹ ਤਿਆਰ ਲਿਖ ਕੇ ਤੇ ਇਹ ਬੋਲ ਦਿੰਦੀ ਹੈ। ਇਹ ਨਹੀਂ ਗਾ ਜਿਹੜੇ ਪਹਿਲਾਂ ਤੋਂ ਚੱਲੇ ਆਉਂਦੇ ਨੇ, ਹਨਾ, ਉਹਨਾਂ ਨੇ ਤਾਂ ਕੁਛ ਕੀਤਾ ਨਹੀਂ ਗਾ ਹਾਲੇ ਤੱਕ। ਤਾਂ ਮੈਂ ਉਹਨਾਂ ਨੂੰ ਤਾਂ ਕਹਿੰਦੀ ਨਹੀਂ ਵੀ ਉਹ ਕੁਛ ਕਰ ਸਕਦੇ ਨੇ ਅੱਗੇ ਵੀ, ਹਨਾ। ਕੋਈ ਕੁਛ ਨਵਾਂ ਲੈ ਕੇ ਨਵੀਂ ਚੀਜ਼ ਆਉਣੀ ਚਾਹੀਦੀ ਹੈਗੀ, ਹਨਾ, ਸਿਆਸਤ ਦੇ ਵਿੱਚ। ਕਰਜ਼ੇ ਦੀ ਪੰਡ ਆਏ ਦਿਨ ਹੀ ਕਰਤੀ ਜਿੰਨਾ ਭਾਰੀ, 5-5 ਸਾਲ ਦੀ ਬੰਨੀ ਬੈਠੇ ਜਿਉਂ ਪਾਣੀ ਦੀ ਵਾਰੀ। ਗਲੀਆਂ ਦੇ ਵਿੱਚ ਬਾਣੀ ਰੋਲਤੀ ਦਿਲ ਭੋਰਾ ਨਾ ਡਰਿਆ, ਪੰਜਾਬ ਮੇਰੇ ਨੂੰ ਰੋਂਦਾ ਦੇਖ ਕੇ ਵਿੱਚ ਸਿਆਸਤ ਵੜਿਆ। पंजाब रंगला फिक्का पै गया होर कर दिओ गूड़ा, झाड़ू दे नाल साफ कर दिओ भ्रिष्टाचार दा कूड़ा। वेला मुड़ के हथ नहीं आउणा एक वारी जा वड़िया, पंजाब मेरे नूं रोंदा वेख के विच सियासत वड़िया। पंजाब दे विच चोणां दे विच उम्मीदवार ने ਤੇ ਉਮੀਦਵਾਰ ਨੂੰ ਲੈ ਕੇ ਇੱਕੋ ਹੀ ਚਰਚਾ ਚੱਲਦੀ ਹੈ ਕਿ ਕਿਹੜੇ ਸਾਡੇ ਵਧੀਆ ਕੰਮ ਕਰੂਗਾ, ਵੋਟ ਉਸ ਨੂੰ ਪਾਵਾਂਗੇ। ਪਰ ਇਸ ਦਰਮਿਆਨ ਵਿਅੰਗ ਰਾਹੀਂ, ਕਵਿਤਾ ਰਾਹੀਂ, ਗਾਣਿਆਂ ਰਾਹੀਂ ਵੀ ਲੋਕਾਂ ਨੂੰ ਦੱਸਿਆ ਜਾਂਦਾ ਕਿਹੜੀ ਪਾਰਟੀ ਨੇ ਕੀ ਕੀਤਾ, ਕਿਹੜੀ ਪਾਰਟੀ ਨੂੰ ਵੋਟ ਪਾਉਣੀ ਚਾਹੀਦੀ ਹੈ, ਕਿਹੜੀ ਪਾਰਟੀ ਨਹੀਂ ਪਾਉਣੀ ਚਾਹੀਦੀ। ਇਹ ਕਲਾਕਾਰ ਵੀ ਆਪਣੀ ਭੂਮਿਕਾ ਨਿਭਾਉਂਦੇ ਨੇ। ਤਾਂ ਅਸੀਂ ਇਸ ਸਮੇਂ ਮੌਜੂਦ ਹਾਂ ਬਠਿੰਡੇ ਦੇ ਲਾਗੇ ਪਿੰਡ ਨਸੀਬਪੁਰਾ ਦੇ ਵਿੱਚ। ਨਸੀਬਪੁਰਾ ਦੇ ਵਿੱਚ ਮੌਜੂਦ ਹਾਂ ਤੇ ਦੀਪ ਨਸੀਬਪੁਰਾ ਇੱਕ ਕੁੜੀ ਨਾਲ ਅਸੀਂ ਪਹਿਲਾਂ ਵੀ ਇੰਟਰਵਿਊ ਕੀਤਾ ਸੀ, ਜੋ ਵਿਅੰਗ ਰਾਹੀਂ ਆਪਣੀ ਗੱਲਾਂ ਦੱਸਦੀ ਹੈ, ਕਵਿਤਾ ਰਾਹੀਂ ਆਪਣੀ ਗੱਲਾਂ ਦੱਸਦੀ ਹੈ, ਲੋਕਾਂ ਨੂੰ ਸਮਾਜ ਦੇ ਪ੍ਰਤੀ, ਜੋ ਸਮਾਜ 'ਚ ਵਾਪਰ ਰਿਹਾ ਉਸ ਪ੍ਰਤੀ ਚਰਚਾ ਕਰਦੀ ਹੈ। ਤਾਂ ਦੂਸਰੇ ਪਾਸੇ ਉਹਨਾਂ ਦੇ ਪਿਤਾ ਜੀ ਬਿੱਟੂ ਨਸੀਬਪੁਰਾ, ਜੋ ਕਿ ਕਵਿਤਾ ਲਿਖਦੇ ਨੇ, ਆਪ ਅਨਪੜ੍ਹ ਨੇ, ਪਰ ਮੋਬਾਈਲ ਵਿੱਚ ਬੋਲ ਕੇ ਬੇਟੀ ਨੂੰ ਸੈਂਡ ਕਰ ਦਿੰਦੇ ਨੇ, ਤਾਂ ਬੇਟੀ ਉਸ ਤਰੀਕੇ ਨਾਲ ਫਿਰ ਲਿਖ ਲੈਂਦੀ ਹੈ। ਤਾਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਦੀਪ ਨਸੀਬਪੁਰਾ ਨਾਲ। ਅੱਜ ਉਹਨਾਂ ਨੇ ਕੀ ਨਵੀਂ ਚੀਜ਼ ਲਿਖੀ ਹੈ, ਉਹਦੇ ਨਾਲ ਪਿਤਾ ਜੀ ਨੇ ਕੀ ਨਵਾਂ ਲਿਖਾਇਆ, ਕਿਉਂਕਿ ਸਿਆਸੀ ਮੌਸਮ ਹੈ, ਉਸ ਦੇ ਵਿੱਚ ਕਵਿਤਾ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕਰਨਗੇ ਵੀ ਕਿਸ ਵੱਲ ਸਮਾਜ ਜਾ ਰਿਹਾ ਤੇ ਵੋਟ ਦਾ ਸਹੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ, ਜਾਂ ਸਰਕਾਰਾਂ ਨੇ ਕੀ ਕੀਤਾ, ਕੀ ਉਹਨਾਂ ਨੇ ਕਰਨ ਲਈ ਵਾਅਦੇ ਕੀਤੇ ਸੀ ਔਰ ਕਿਹੜੇ ਉਹਨਾਂ ਨੇ ਕੰਮ ਕੀਤਾ ਤੇ ਕੀ ਆਉਣ ਵਾਲੇ ਸਮੇਂ ਵਿੱਚ ਉਹ ਕੰਮ ਕਰਨਗੇ ਜੋ ਹੁਣ ਵਾਅਦੇ ਕਰਦੇ ਨੇ। ਤੇ ਸਾਡੇ ਨਾਲ ਮੌਜੂਦ ਦੀਪ ਨਸੀਬਪੁਰਾ। ਬਹੁਤ ਬਹੁਤ ਸਵਾਗਤ ਹੈ ਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ।
ਪਹਿਲਾਂ ਮੇਰਾ ਸਵਾਲ ਹੈ ਕਿ ਤੁਹਾਡੇ ਪਿਤਾ ਜੀ ਨੇ ਹੁਣ ਕੁਝ ਲਿਖਾਈ ਹੋਣਾ ਕਵਿਤਾ ਰਾਹੀਂ, ਕਿਉਂਕਿ ਹੁਣ ਚੋਣਾਂ ਚੱਲਦੀਆਂ ਪਈਆਂ ਨੇ, ਚੋਣਾਂ ਦਾ ਮੌਸਮ ਹੈਗਾ, ਵਿਅੰਗ ਵੀ ਕੱਸਦੇ ਨੇ ਕਲਾਕਾਰ ਅਲੱਗ-ਅਲੱਗ ਤਰੀਕੇ ਨਾਲ। ਕਿਹੜੀ ਨਵੀਂ ਕਵਿਤਾ ਲੈ ਕੇ ਆਏ ਹੋ? ਕੀ ਲੋਕਾਂ ਨੂੰ ਸਮਝਾਉਣਾ ਚਾਹੁੰਦੇ ਹੋ ਜੋ ਸਮਾਜ ਵਿੱਚ ਵਾਪਰ ਰਿਹਾ, ਵੋਟਾਂ ਨੂੰ ਲੈ ਕੇ ਖਾਸ ਕਰਕੇ ਕਿਹੜੀ ਕਵਿਤਾ ਲਿਖੀ ਹੈ? ਕਵਿਤਾਵਾਂ ਮਤਲਬ ਪਾਪਾ ਨੇ ਬਹੁਤ ਸਾਰੀਆਂ ਲਿਖਵਾਈਆਂ ਸੀਗੀਆਂ ਹੈ ਨਾ, ਵੋਟਾਂ ਨੂੰ ਲੈ ਕੇ ਵੀ। ਹੁਣ ਜਿਹੜਾ ਅੱਜ ਦਾ ਟਾਈਮ ਆਗਾ ਹੈ ਨਾ, ਬਹੁਤ ਕਰਪਟ ਹੋਇਆ ਪਿਆ ਗਾ, ਸਰਕਾਰਾਂ ਵੀ ਬਹੁਤ ਕਰਪਟ ਨੇ ਹੈ ਨਾ, ਤਾਂ ਫਿਰ ਵੀ ਮਤਲਬ ਉਹ ਬਣਦੀਆਂ ਕਿਹਨਾਂ ਨਾਲ ਆ? ਸਾਡੀ ਵੋਟ ਨਾਲ ਬਣਦੀਆਂ ਨੇ ਹੈ ਨਾ ਉਹ ਸਰਕਾਰਾਂ। ਅਤੇ ਜੇ ਆਪਾਂ ਸਹੀ ਉਹਨੂੰ ਚੂਜ਼ ਕਰਾਂਗੇ ਹੈ ਨਾ, ਕਿ ਵੀ ਕੌਣ ਹੈ ਜੋ ਹੱਕਦਾਰ ਆ, ਅਸਲੀ ਹੱਕਦਾਰ ਹੈਗਾ ਜੋ ਹੈ ਨਾ ਵੋਟ ਲਈ, ਤਾਂ ਉਹ ਵੀ ਮਤਲਬ ਕਿ ਮੈਂ ਤਾਂ ਇਹੀ ਕਹੂੰਗੀ ਹੈ ਨਾ ਵੀ ਸਾਰੇ ਆਪਣਾ ਚੰਗੀ ਤਰ੍ਹਾਂ ਹੈ ਨਾ ਦੇਖ ਕੇ ਵੀ ਕੌਣ ਹੈ ਨਾ ਜੋ ਕੰਮ ਕਰ ਸਕਦਾ ਗਾ ਵਧੀਆ ਹੈ ਨਾ। ਇਹ ਨਹੀਂ ਗਾ ਜਿਹੜੇ ਪਹਿਲਾਂ ਤੋਂ ਚੱਲੇ ਆਉਂਦੇ ਨੇ ਹੈ ਨਾ, ਉਹਨਾਂ ਨੇ ਤਾਂ ਕੁਛ ਕੀਤਾ ਨਹੀਂ ਗਾ ਹਾਲੇ ਤੱਕ, ਤਾਂ ਮੈਂ ਉਹਨਾਂ ਨੂੰ ਤਾਂ ਕਹਿੰਦੀ ਨਹੀਂ ਵੀ ਉਹ ਕੁਛ ਕਰ ਸਕਦੇ ਨੇ ਅੱਗੇ ਵੀ ਹੈ ਨਾ। ਕੋਈ ਕੁਛ ਨਵਾਂ ਲੈ ਕੇ ਨਵੀਂ ਚੀਜ਼ ਆਉਣੀ ਚਾਹੀਦੀ ਹੈਗੀ ਹੈ ਨਾ ਸਿਆਸਤ ਦੇ ਵਿੱਚ। ਕੀ ਲਿਖਿਆ ਕੀ ਕਵਿਤਾ ਦੇ ਵਿੱਚ, ਕਿਹੜੀ ਚੀਜ਼ ਨਵੀਂ ਲਿਖੀ ਉਹਨੂੰ? ਮਤਲਬ ਜਿਹੜੇ ਅਕਾਲੀ ਦਲ ਵਾਲੇ ਹੈਗੇ ਹੈ ਨਾ, ਉਹਨਾਂ ਦਾ ਹੀ ਕੁਛ ਲਿਖਿਆ ਸੀਗਾ ਉਹਨਾਂ 'ਤੇ। ਕੋਈ ਸਿਸਟਮ ਤੇ ਕੋਈ ਰੂਲ ਨਹੀਂ, ਕੋਈ ਹਸਪਤਾਲ ਨਾ ਸਕੂਲ ਨਹੀਂ, ਭਾਵੇਂ ਲੱਖ ਕੀਤੀਆਂ ਖੁਦਕੁਸ਼ੀਆਂ ਰੱਸੇ ਪਾ ਕੇ ਟਾਲੀ ਨਾ, ਬਸ ਇੱਕੋ ਗੱਲ ਦਾ ਫਕਰ ਸਾਨੂੰ ਕਿ ਕੱਟੜ ਅਕਾਲੀਆਂ। ਅਸੀਂ ਪਵਿੱਤਰ ਗੁਰੂ ਦੀ ਬਾਣੀ ਨੂੰ ਓਏ ਗਲੀਆਂ ਦੇ ਵਿੱਚ ਰੋਲਿਆ, ਸਿੱਖ ਸੰਗਤ ਦੇ ਲਹੂ ਨੂੰ ਸੀਗਾ ਸੜਕਾਂ ਉੱਤੇ ਡੋਲਿਆ। ਅਸੀਂ ਲੁੱਟ ਪੰਜਾਬ ਨੂੰ ਖਾ ਲੈਣਾ ਅੱਜ ਦੇ, ਬਸ ਇੱਕੋ ਗੱਲ ਦਾ ਫਕਰ ਸਾਨੂੰ ਕਿ ਕੱਟੜ ਅਕਾਲੀ ਹਾਂ, ਬਸ ਇੱਕੋ ਗੱਲ ਦਾ ਫਕਰ ਸਾਨੂੰ ਕਿ ਕੱਟੜ ਅਕਾਲੀ ਹਾਂ। ਅੰਦਰ ਖਾਤੇ ਨਿਭਦੀ ਆਈ ਕਾਂਗਰਸ ਨਾਲ ਯਾਰੀ, ਗੈਂਗਸਟਰ ਵੀ ਦਿੱਤੇ ਤੁਹਾਨੂੰ ਕਰਕੇ ਪੂਰੀ ਤਿਆਰੀ, ਨਾਲ ਨਸ਼ਿਆਂ ਨਾਲ ਦਰਿਆ ਤੁਹਾਡੇ ਲਈ ਹੁਣ ਦਿੱਤਾ ਖਾਲੀ ਨਾ, ਬਸ ਇੱਕੋ ਗੱਲ ਦਾ ਫਕਰ ਸਾਨੂੰ ਕਿ ਕੱਟੜ ਅਕਾਲੀ ਹਾਂ, ਬਸ ਇੱਕੋ ਗੱਲ ਦਾ ਫਕਰ ਸਾਨੂੰ ਕਿ ਕੱਟੜ ਅਕਾਲੀ ਹਾਂ। ਕੀ ਹੋਟਲ ਕੀ ਬੱਸਾਂ ਸਾਡਾ ਹਰ ਥਾਂ ਮਾਫੀਆ ਚੱਲਿਆ, ਰੇਤੇ ਉੱਤੇ ਗੁੰਡਾ ਟੈਕਸ ਚੱਲਦਾ ਸੀ ਓਏ ਬੱਲਿਆ। ਅਸੀਂ ਕੀਤੇ ਬੜੇ ਘੁਟਾਲੇ ਨੀਤੋਂ ਅੱਜ ਵੀ ਖਾਲੀ ਹਾਂ, ਬਸ ਇਹੀ ਗੱਲ ਦਾ ਫਕਰ ਸਾਨੂੰ ਕਿ ਕੱਟੜ ਅਕਾਲੀਆਂ। ਨਿੱਤ ਭਰ ਕੇ ਜਾਣਾ ਜਹਾਜ਼ ਕਾਤੋਂ ਕੋਈ ਠੱਲ ਨਹੀਂ ਪਾਉਂਦਾ, ਅੱਜ ਦਾ ਯੂਥ ਓਏ ਪੰਜਾਬ ਵਿੱਚ ਰਹਿਣਾ ਨਹੀਂ ਚਾਹੁੰਦਾ। ਨਸੀਬਪੁਰਾ ਪਿੰਡ ਮੇਰਾ ਕਿਤੇ ਹੋ ਜਾਵੇ ਖਾਲੀ ਨਾ, ਬਸ ਇੱਕੋ ਗੱਲ ਦਾ ਫਕਰ ਸਾਨੂੰ ਕਿ ਕੱਟੜ ਅਕਾਲੀਆਂ, ਬਸ ਇੱਕੋ ਗੱਲ ਦਾ ਫਕਰ ਸਾਨੂੰ ਕਿ ਕੱਟੜ ਅਕਾਲੀਆਂ। ਭਾਈ ਤੁਸੀਂ ਕਵਿਤਾ ਲਿਖਦੇ ਹੋ ਜਾਂ ਬੋਲਦੇ ਹੋ, ਤੁਹਾਨੂੰ ਪੜ੍ਹਨਾ ਲਿਖਣਾ ਨਹੀਂ ਆਉਂਦਾ, ਬੇਟੀ ਨੂੰ ਭੇਜਦੇ ਹੋ, ਕੀ ਸੋਚ ਕੇ ਕਰਦੇ ਹੋ? ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਪੰਜਾਬ ਨਿਊਜ਼ ਚੈਨਲ ਦੇਖਣ ਵਾਲਿਆਂ ਨੂੰ। ਲਿਖਤਾ ਜੀ ਮਤਲਬ ਕਿ ਹਾਲਾਤ ਹੈ ਜਿਹੜੇ ਉਹ ਮਜਬੂਰ ਕਰਦੇ। ਅੱਜ ਦਾ ਜਿਹੜਾ ਸਿਸਟਮ ਹੈ ਪੰਜਾਬ ਦਾ ਜਾਂ ਸਾਡੇ ਇੰਡੀਆ ਦਾ, ਉਹ ਮਤਲਬ ਕਿ ਮਜਬੂਰ ਕਰ ਰਿਹਾ, ਮਤਲਬ ਕਿ ਕੁਛ ਲਿਖ ਕੇ ਜਾਂ ਬੋਲ ਕੇ। ਇਸ ਕਰਕੇ ਮੈਂ ਉਹ ਰਿਕਾਰਡਿੰਗ ਦੇ ਵਿੱਚ ਕੋਈ ਕਵਿਤਾ ਵਗੈਰਾ ਤਿਆਰ ਕਰ ਲੈਣਾ, ਲਿਖ ਲੈਣਾ, ਰਿਕਾਰਡਿੰਗ ਕਰਕੇ ਤੇ ਉਹ ਬੇਟੀ ਨੂੰ ਸੈਂਡ ਕਰ ਦਿੰਦਾ। ਫਿਰ ਉਹਨੂੰ ਕਹਿਣਾ ਵੀ ਬੇਟੀ ਆਪਾਂ ਬੋਲਣੀ ਆ, ਫਿਰ ਉਹ ਵੀਡੀਓ ਵਗੈਰਾ ਬਣਾ ਕੇ ਅਸੀਂ ਅੱਗੇ ਪਾ ਦਿੰਦੇ ਹਾਂ। ਤੁਸੀਂ ਕਿੰਨੀਆਂ ਪੜ੍ਹੇ ਜਮਾਤਾਂ? ਮੈਂ ਅਨਪੜ੍ਹ ਹਾਂ। ਅਨਪੜ੍ਹ ਹੈਗੇ ਹੋ, ਪਰ ਕਵਿਤਾ ਤੁਸੀਂ ਬੋਲਦੇ ਹੋ ਵੀ ਕਵਿਤਾ ਨੂੰ ਵੀ ਕਿਸ ਤਰੀਕੇ ਨਾਲ ਲੈਣਾ ਵਿੱਚ ਪਰੋਇਆ ਜਾਣਾ। ਹਾਂਜੀ, ਇਹ ਬੋਲਦਾ ਜੀ, ਬੋਲ ਕੇ ਬੇਟੀ ਨੂੰ ਸੈਂਡ ਕਰ ਦਿੰਦੇ, ਬੋਲ ਕੇ ਰਿਕਾਰਡਿੰਗ ਕਰਕੇ ਬੇਟੀ ਨੂੰ ਸੈਂਡ ਕਰ ਦਿੰਦਾ, ਤੇ ਫਿਰ ਇਹ ਤਿਆਰ ਲਿਖ ਕੇ ਤੇ ਇਹ ਬੋਲ ਦਿੰਦੀ ਹੈ। ਜਦੋਂ ਸਵਾਲ ਹੁੰਦਾ ਵੀ ਜਿਵੇਂ ਤੁਸੀਂ ਬੋਲਦੇ ਹੋ, ਬੋਲ ਕੇ ਮੋਬਾਈਲ ਦੇ ਵਿੱਚ ਸੈਂਡ ਕਰ ਦਿੰਦੇ ਹੋ, ਤੁਹਾਨੂੰ ਪਤਾ ਕਿਵੇਂ ਲੱਗਦਾ ਵੀ ਕਿਹੜੀ ਪਾਰਟੀ 'ਚ ਕੀ ਹੋ ਰਿਹਾ, ਕਿਹੜੀ ਪਾਰਟੀ 'ਚ ਕੀ ਨਹੀਂ ਹੋ ਰਿਹਾ? ਸੋਸ਼ਲ ਮੀਡੀਆ 'ਤੇ ਦੇਖਦੇ ਹੋ, ਅਖਬਾਰ ਪੜ੍ਹ ਨਹੀਂ ਸਕਦੇ, ਲਿਖ ਤੁਸੀਂ ਸਕਦੇ ਨਹੀਂ ਹੋ। ਇਹ ਅਖਬਾਰ ਤਾਂ ਨਹੀਂ ਪੜ੍ਹ ਸਕਦੀ ਮੈਂ, TV 'ਤੇ ਖਬਰਾਂ ਵਗੈਰਾ ਦੇਣੇ ਆ ਜਾਂ ਸੋਸ਼ਲ ਮੀਡੀਆ ਫੋਨ ਹੈ ਮੇਰੇ ਕੋਲ, ਉਹ ਚਲਾਉਣਾ, ਉਹ ਦੇਖਦੇ ਆ ਯਾਰ ਕੀ ਸਿਸਟਮ ਹੈ ਅਤੇ ਕੀ ਸਾਡੇ ਹੋਈ ਜਾਂਦਾ ਅਤੇ ਕੀ ਹੋਣਾ ਚਾਹੀਦਾ। ਉਹ ਫਿਰ ਮਜਬੂਰ ਕਰ ਦਿੰਦਾ ਬੋਲਣ ਲਈ ਅੰਦਰੋਂ, ਫਿਰ ਤਾਂ ਕਰਕੇ ਰਿਕਾਰਡਿੰਗ ਕਰ ਲਈਦੀ ਹੈ, ਮੋਬਾਇਲ 'ਤੇ ਸੋਸ਼ਲ ਮੀਡੀਆ 'ਤੇ ਦੇਖਦੇ। ਜੋ ਤੁਸੀਂ ਹੁਣ ਅਕਾਲੀ ਦਲ ਦੀ ਇਹ ਕਵਿਤਾ ਲਿਖੀ ਹੈ, ਫਿਰ ਤੁਹਾਨੂੰ ਪਤਾ ਲੱਗਿਆ ਮੀਡੀਆ ਦਾ ਹੀ ਸਭ ਕੁਛ ਇਹ ਵਾਲਾ? ਹਾਂਜੀ, ਪਤਾ ਲੱਗੇਗਾ। ਇਹਨਾਂ ਦਾ ਪਿਛਲੇ 10 ਸਾਲ ਦੇ ਵਿੱਚ 10 ਸਾਲ ਰਾਜ ਰਿਹਾ ਪੰਜਾਬ ਦੇ ਵਿੱਚ। ਇਹਨਾਂ ਨੇ ਬਹੁਤ ਲੁੱਟ ਖਸੁੱਟ ਕੀਤੀ ਹੈ ਪੰਜਾਬ ਦੇ ਨਾਲ, ਬਹੁਤ ਧੱਕੇ ਕੀਤੇ ਹੈ। ਹਾਲਾਂਕਿ ਸਾਡੀ ਪਵਿੱਤਰ ਗੁਰਬਾਣੀ ਨੂੰ ਵੀ ਨਹੀਂ ਬਖਸ਼ਿਆ, ਉਹਨੂੰ ਵੀ ਇਹਨਾਂ ਨੇ ਗਲੀਆਂ ਦੇ ਵਿੱਚ ਰੋਲਿਆ, ਯੂਜ਼ ਕੀਤਾ ਆਪਦੀ ਕੁਰਸੀ ਦੇ ਖਾਤਰ। ਅਤੇ ਉਹ ਚੀਜ਼ਾਂ ਜੋ ਸਾਡੇ ਲੋਕਾਂ ਦੇ ਸਾਹਮਣੇ ਆਉਂਦੀਆਂ ਤਾਂ ਫਿਰ ਉਹ ਮਜਬੂਰ ਕਰਦੀਆਂ ਕਿਤੇ ਨਾ ਕਿਤੇ। ਤੁਸੀਂ ਜਦੋਂ ਕਵਿਤਾ ਭੇਜਦੇ ਨੇ ਤੁਹਾਡੇ ਪਿਤਾ ਜੀ, ਯਾਨੀ ਕਿ ਬੋਲ ਕੇ ਭੇਜਦੇ ਨੇ ਫੋਨ ਦੇ ਵਿੱਚ, WhatsApp ਉੱਤੇ ਬੋਲ ਦਿੰਦੇ ਆ, ਤੁਸੀਂ ਫਿਰ ਕਵਿਤਾ ਆਪਣੇ ਕਾਲਜ ਵਿੱਚ ਜਾਂ ਸੁਣਾਉਂਦੇ ਹੋ ਜਾਂ ਆਪਣੇ ਸਾਥੀਆਂ ਨੂੰ?
ਨਹੀਂ, ਵੈਸੇ YouTube ਤੇ ਚੈਨਲ ਬਣਾਇਆ ਹੋਇਆ ਸੀਗਾ, ਉੱਤੇ ਪਾਈ ਦੀ ਸੀਗੀ, ਘਰੇ ਬੋਲ ਕੇ ਵੀਡੀਓ ਬਣਾ ਕੇ YouTube ਤੇ ਪਾ ਦਿੰਦੇ ਸੀ, ਜਾਂ ਫਰੈਂਡਸ ਨੂੰ ਮਤਲਬ ਕਾਫੀ ਵਾਰ ਮੈਂ ਦੱਸਿਆਗਾ ਤੇ ਸੁਣਾਈਆਂ ਵੀ ਨਹੀਂ। YouTube ਤੇ ਮਤਲਬ ਲਿੰਕ ਸ਼ੇਅਰ ਕਰ ਦੇਈਦਾ ਤੇ ਉਹਨਾਂ ਨੂੰ ਕਹੀਦਾਗਾ ਵੀ ਇਹਨੂੰ ਸੁਣੋ, ਹੈ ਨਾ, ਤਾਂ ਫਿਰ ਉਹ ਸੁਣਦੇ ਨੇ। ਸੁਣ ਕੇ ਕੀ ਕਹਿੰਦੇ ਨੇ ਫਿਰ? ਸੁਣ ਕੇ ਕੀ ਕਹਿਣਾਗਾ, ਬਸ ਇਹੀ ਆ ਕਿ ਠੀਕ ਆ, ਤੂੰ ਜੋ ਕਰ ਰਹੀ ਹੈਗੀ ਵਧੀਆ ਗਾ, ਬਟ ਕੋਈ ਆਪਦੇ ਵੱਲੋਂ ਉਹਨਾਂ ਦਾ ਕੋਈ ਉਹ ਨਹੀਂ ਹੁੰਦਾ ਗਾ, ਇਨੀਸ਼ੀਏਟਿਵ ਨਹੀਂ ਹੁੰਦਾ ਵੀ ਹੈ ਨਾ ਅਸੀਂ ਵੀ ਇੱਦਾਂ ਕਰੀਏ, ਬਸ ਸੁਣਦੇ ਨੇ ਉਹ। ਹੋ ਤੁਹਾਡੇ ਪਿਤਾ ਜੀ ਨੇ ਕੀ ਲਿਖਾਇਆ ਹੋਰ? ਮਤਲਬ ਕਿ ਹੁਣ ਨਸ਼ੇ ਵਿਕ ਰਹੇ ਨੇ ਸ਼ਰੇਆਮ, ਹੈ ਨਾ, ਅਤੇ ਪਰ ਜਿਹੜੀ ਸਿੱਖਿਆ ਗਈ ਉਹਨੂੰ ਮਤਲਬ ਕਿ ਖਰਾਬ ਕੀਤਾ ਜਾ ਰਿਹਾ ਗਾ, ਹੈ ਨਾ। ਜਿਵੇਂ ਸਕੂਲ ਆ ਗਏ, ਹੁਣ ਜਦ ਹੀ ਐਗਜ਼ਾਮ ਦਾ ਟਾਈਮ ਆਉਂਦਾ ਗਾ ਤਾਂ ਸਕੂਲ ਆ ਜਿਹੜੇ ਉਹ ਲੌਕ ਕਰ ਦਿੱਤੇ ਜਾਂਦੇ ਨੇ, ਹੈ ਨਾ, ਕਿਉਂਕਿ ਮਤਲਬ ਜੇ ਹੁਣ ਜਵਾਕ ਪੜ੍ਹਨ ਲਿਖਣਗੇ ਨਹੀਂ, ਹੈ ਨਾ, ਤਾਂ ਫਿਰ ਅੱਗੇ ਕਿੱਦਾਂ ਵਧਣਗੇ। ਤਾਂ ਕਰਕੇ ਸਿੱਖਿਆ ਤੰਤਰ ਨੂੰ ਜ਼ਿਆਦਾਤਰ ਹੁਣ ਵੋਟਾਂ ਨੇ ਉਹ ਸਕੂਲਾਂ 'ਚ ਪੈਣੀਆਂ ਨੇ, ਉੱਥੇ ਤਾਂ ਕਰੋਨਾ ਗਾ, ਫਿਰ ਨਹੀਂ ਪੈਣੀਆਂ ਚਾਹੀਦੀਆਂ ਵੋਟਾਂ, ਹੈ ਨਾ। ਜੇ ਹੁਣ ਪੇਰੈਂਟਸ ਆ ਉਹ ਵੋਟਾਂ ਪਾਉਣ ਜਾਣਗੇ ਤਾਂ ਉਹਨਾਂ ਨੂੰ ਕਰੋਨਾ ਹੋ ਜੂਗੀ, ਫਿਰ ਤਾਂ ਉਹ ਸਾਰਾ ਕੁਛ ਹੀ ਗਲਤ ਖਰਾਬ ਹੋ ਜੂਗਾ। ਬੱਚਿਆਂ ਲਈ ਕਰੋਨਾ ਆ ਜਾਂਦਾ ਵੋਟਾਂ ਪਾਉਣ ਵੇਲੇ, ਹੁਣ ਵੋਟਾਂ ਪੈਣਗੀਆਂ ਸਕੂਲਾਂ 'ਚ ਹੀ ਪੈਣਗੀਆਂ, ਤਾਂ ਉਹਦੇ ਲਈ ਥੋੜ੍ਹੀ ਜਿਹੀ ਇੱਕ ਕਵਿਤਾ ਲਿਖੀ ਸੀਗੀ, ਮਤਲਬ ਕਿ ਜਿੱਦਾਂ ਹੁਣ ਚਿੱਟਾ ਜਾਂ ਹੋਰ ਨਸ਼ੇ ਸ਼ਰੇਆਮ ਵਿਕ ਰਹੇ ਨੇ, ਹੈ ਨਾ, ਅਤੇ ਖਾਦ ਵਗੈਰਾ ਜਾਂ ਦਵਾਈਆਂ ਵਗੈਰਾ ਗੀਆਂ, ਜਿਵੇਂ ਹਸਪਤਾਲਾਂ 'ਚ ਆ ਜਾਂ ਸਕੂਲ ਆ ਗਏ, ਉੱਥੇ ਸਟੱਡੀ ਵਗੈਰਾ ਨਹੀਂ ਮਿਲ ਰਹੀ ਗੀ। ਉੱਠ ਕੇ ਸਵੇਰੇ ਜਦੋਂ ਨਿਊਜ਼ ਦੇਖਦਾ, ਬੁਰਾ ਹਾਲ ਹੋਇਆ ਪਿਆ ਮੇਰੇ ਦੇਸ਼ ਦਾ, ਰਲੀ ਚੋਰਾਂ ਨਾਲ ਕੁੱਤੀ ਜਾਂਦੀ ਜਨਤਾ ਨੂੰ ਲੁੱਟੀ, ਸੁਣਦਾ ਕੋਈ ਹੁੱਕ ਨਹੀਂ ਉਹ ਸਾਡੇ ਦਿਲ ਦੀ, ਚਿੱਟਾ ਜਿਹੜੀ ਗਲੀ ਵਿੱਚੋਂ ਲੈ ਲਓ ਮਰਜੀ, ਉਹ ਇੱਥੇ ਫਸਲਾਂ 'ਚ ਪਾਉਣ ਨੂੰ ਨਾ ਖਾਦ ਮਿਲਦੀ, ਨਾ ਪੜ੍ਹੇ ਲਿਖੇ ਬੱਚਿਆਂ ਨੂੰ ਮਿਲੇ ਰੁਜ਼ਗਾਰ ਵੀ, ਭਰ ਕੇ ਜਹਾਜ਼ ਤਾਈਂ ਜਾਣਾ ਪੈਂਦਾ ਬਾਹਰ ਵੀ, ਕੱਲੇ ਕੱਲੇ ਮਾਪਿਆਂ ਦੇ ਪੁੱਤ ਕਈ ਏਜੰਟ ਖਾ ਗਏ, ਕਈ ਤਾਂ ਮਾਪਿਆਂ ਨੂੰ ਪੁੱਤਾਂ ਦੀ ਨਾ ਮਿਲੀ ਲਾਸ਼ ਵੀ, ਚਿੱਟਾ ਜਿਹੜੀ ਗਲੀ ਵਿੱਚੋਂ ਲੈ ਲਓ ਮਰਜੀ, ਇੱਥੇ ਫਸਲਾਂ 'ਚ ਪਾਉਣ ਨੂੰ ਨਾ ਖਾਦ ਮਿਲਦੀ, ਰਿਸ਼ਵਤਖੋਰਾਂ ਨੇ ਪੰਜਾਬ ਨੂੰ ਉਜਾੜਤਾ, ਕੁਰਸੀ ਦੇ ਪਿੱਛੇ ਹੋਏ ਗ੍ਰੰਥ ਸਾਹਿਬ ਪਾੜਤਾ, ਸਾਨੂੰ 5 ਸਾਲ ਲੁੱਟਦੇ ਤੇ ਖੂਬ ਕੁੱਟਦੇ, ਵੋਟਾਂ ਵੇਲੇ ਯਾਦ ਆਉਂਦੀ SYL ਦੀ, ਚਿੱਟਾ ਜਿਹੜੀ ਗਲੀ ਵਿੱਚੋਂ ਲੈ ਲਓ ਮਰਜੀ, ਇੱਥੇ ਫਸਲਾਂ 'ਚ ਪਾਉਣ ਨੂੰ ਨਾ ਖਾਦ ਮਿਲਦੀ, ਚਿੱਟਾ ਜਿਹੜੀ ਗਲੀ ਵਿੱਚੋਂ ਲੈ ਲਓ ਮਰਜੀ, ਇੱਥੇ ਫਸਲਾਂ 'ਚ ਪਾਉਣ ਨੂੰ ਨਾ ਖਾਦ ਮਿਲਦੀ। ਸੱਚ ਇੱਥੇ ਕਾਹਤੋਂ ਨਾ ਦਿਖਾਵੇ ਗੋਦੀ ਮੀਡੀਆ, ਦਿਨ ਰਾਤ ਝੂਠ ਹੀ ਫੈਲਾਵੇ ਗੋਦੀ ਮੀਡੀਆ, ਸਾਡੇ ਹਿੱਸੇ ਲੀਡਰਾਂ ਦੇ ਤੋਹਫੇ ਵੱਡੇ ਗੱਪ ਆਏ, ਪਹਿਲਾਂ ਮੁਰਗੇ ਦੇ ਵਾਂਗੂ ਸਾਨੂੰ ਦਿੱਤਾ ਛਿਲ ਵੀ, ਚਿੱਟਾ ਜਿਹੜੀ ਗਲੀ ਵਿੱਚੋਂ ਲੈ ਲਓ ਮਰਜੀ, ਇੱਥੇ ਫਸਲਾਂ 'ਚ ਪਾਉਣ ਨੂੰ ਨਾ ਖਾਦ ਮਿਲਦੀ, ਚਿੱਟਾ ਜਿਹੜੀ ਗਲੀ ਵਿੱਚੋਂ ਲੈ ਲਓ ਮਰਜੀ, ਇੱਥੇ ਫਸਲਾਂ 'ਚ ਪਾਉਣ ਨੂੰ ਨਾ ਖਾਦ ਮਿਲਦੀ। ਤੁਸੀਂ ਜਦੋਂ ਕਵਿਤਾ ਲਿਖਦੇ ਹੋ ਜਾਂ ਆਪਣੇ ਪਿਤਾ ਜੀ ਨੂੰ ਕਹਿੰਦੇ ਹੋ ਵੀ ਆਹ ਲਾਈਨ ਠੀਕ ਨਹੀਂ ਹੈਗੀ, ਜਾਂ ਹੁਣ ਤੁਹਾਨੂੰ ਤਜਰਬਾ ਹੋ ਗਿਆ ਜੇ ਤੁਹਾਡੇ ਪਿਤਾ ਜੀ ਬੋਲ ਕੇ ਭੇਜਦੇ ਨੇ ਤੁਸੀਂ ਕਵਿਤਾ ਵੀ ਲਿਖ ਲੈਂਦੇ ਹੋ? ਹਾਂ, ਮਤਲਬ ਕਈ ਲਾਈਨਾਂ ਹੈ ਨਾ ਇੱਦਾਂ ਦੀਆਂ ਹੁੰਦੀਆਂ ਗੀਆਂ ਜੋ ਵੀ ਮਤਲਬ ਠੀਕ ਜੇ ਨਹੀਂ ਲੱਗਦੀਆਂ, ਤਾਂ ਫਿਰ ਉਹਨੂੰ ਅੱਗੇ ਪਿੱਛੇ ਕਰਕੇ ਠੀਕ ਕਰ ਲਈਦਾ ਗਾ, ਹੈ ਨਾ। ਇੰਨਾ ਕੁ ਮਤਲਬ ਕਾਫੀ ਕਵਿਤਾਵਾਂ ਬੋਲਤੀਆਂ ਜਾਂ ਵੀਡੀਓਜ਼ ਬਣਾ ਲਈਆਂ, ਹੈ ਨਾ, ਇੰਨਾ ਕੁ ਤਾਂ ਹੋ ਹੀ ਗਿਆ ਕਿ ਕਿਹੜੀ ਚੀਜ਼ ਕਿੱਥੇ ਜੇ ਮਤਲਬ ਠੀਕ ਰਹਿੰਦੀ ਹੈਗੀ, ਹੈ ਨਾ। ਅੱਛਾ ਭਾਜੀ, ਜਿਵੇਂ ਤੁਸੀਂ ਹੁਣ ਕਵਿਤਾ ਬੋਲ ਕੇ ਇਹਨਾਂ ਨੂੰ ਭੇਜ ਦਿੰਦੇ ਹੋ, ਜਾਂ ਇਹ ਅੱਗੇ ਉਸ ਤਰੀਕੇ ਨਾਲ ਜੋ ਲਾਈਨ ਅੱਗੇ ਪਿੱਛੇ ਹੁੰਦੀ ਹੈ ਤੇ ਉਹ ਸੈੱਟ ਕਰ ਲੈਂਦੇ ਨੇ, ਫਿਰ ਇੰਨੀਆਂ ਘਟਨਾਵਾਂ ਹੁੰਦੀਆਂ ਨੇ ਪੰਜਾਬ ਦੇ ਵਿੱਚ, ਹਰ ਇੱਕ ਚੀਜ਼ ਚਲੋ ਖਬਰਾਂ ਵਿੱਚ ਤਾਂ ਆ ਜਾਂਦੀ ਹੈ, ਫਿਰ ਕਿਵੇਂ ਉਹਨੂੰ ਸੋਚਦੇ ਹੋ, ਕਿਵੇਂ ਸੋਚ ਕੇ ਲਿਖਦੇ ਹੋ ਵੀ ਆਹ ਲਾਈਨ ਇੱਥੇ ਬੋਲਣੀ ਚਾਹੀਦੀ ਹੈ, ਆਹ ਬੋਲ ਕੇ ਮੈਂ ਸੈਂਡ ਕਰਾਂ ਬੇਟੀ ਨੂੰ, ਉਸ ਉੱਪਰ ਇੱਕ ਕਵਿਤਾ ਹੋਣੀ ਚਾਹੀਦੀ ਹੈ? ਅਸਲ ਦੇ ਵਿੱਚ ਤਾਂ ਜਦੋਂ ਮੈਂ ਸੋਸ਼ਲ ਮੀਡੀਆ ਚਲਾਉਂਦਾ ਹੈਗਾ, ਸੋਸ਼ਲ ਮੀਡੀਆ ਚਲਾਉਣਾ ਉਹ ਤਾਂ ਕੋਈ ਨਾ ਕੋਈ ਕੁਛ ਨਾ ਕੁਛ ਅੱਗੇ ਆ ਜਾਂਦਾ ਹੈਗਾ, ਮਤਲਬ ਕਿ ਜੋ ਲੋਕਾਂ ਨਾਲ ਵਾਪਰ ਰਿਹਾ ਹੈਗਾ, ਅਤੇ ਫਿਰ ਉਹ ਜਦੋਂ ਅੱਗੇ ਆਉਂਦਾ ਫਿਰ ਉਹ ਮਜਬੂਰ ਜੇ ਕਰ ਦਿੰਦਾ ਵੀ ਯਾਰ ਕੀ ਹੋ ਰਿਹਾ ਸਾਡੇ ਨਾਲ, ਅਤੇ ਉਹ ਫਿਰ ਕਿਤੇ ਨਾ ਕਿਤੇ ਉਹ ਰਿਕਾਰਡਿੰਗ ਕਰ ਲਈਦੀ ਹੈ, ਰਿਕਾਰਡਿੰਗ ਕਰਕੇ ਫਿਰ ਉਹਨੂੰ ਗੁੜੀਆ ਨੂੰ ਸੈਂਡ ਕਰ ਦਈਦਾ, ਫਿਰ ਉਹ ਐਡਜਸਟ ਆਪੇ ਕਰ ਲੈਂਦੀ ਵੀ ਇਹ ਚੀਜ਼ ਇੱਥੇ ਬੋਲੀ ਜਾਣੀ ਹੈ। ਗੁੜੀਆ ਕਿਹੜੀ ਕਲਾਸ 'ਚ ਪੜ੍ਹਦੀ ਹੈ? ਗੁੜੀਆ BCom ਕਰਦੀ ਹੈ ਤਲਵੰਡੀ ਸਾਬੋ ਅਕਾਲ ਯੂਨੀਵਰਸਿਟੀ ਦੇ ਵਿੱਚ। ਤੁਸੀਂ ਅਨਪੜ੍ਹ ਹੋ, ਫਿਰ ਜਿਵੇਂ ਹੁਣ ਆਪਾਂ ਪੰਜਾਬ 'ਚ ਦੇਖਦੇ ਹਾਂ ਵੀ ਜੇ ਘਰ ਦੇ ਮਾਤਾ ਪਿਤਾ ਅਨਪੜ੍ਹ ਹੋਣ, ਬੱਚੇ ਨੂੰ ਪੜ੍ਹਾਉਣ ਦੀ ਕੋਸ਼ਿਸ਼ ਹੀ ਕਰਦੇ ਨਹੀਂ, ਬੱਚਾ ਪੜ੍ਹ ਜਾਵੇ, ਆਪ ਤਾਂ ਚਲੋ ਪੜ੍ਹੇ ਲਿਖੇ ਨਹੀਂ ਹੈਗੇ, ਪਰ ਹਾਲੇ ਵੀ ਕਿਤੇ ਨਾ ਕਿਤੇ ਤਬਕਾ ਇਹ ਸੋਚਦਾ ਵੀ ਜੋ ਤੁਸੀਂ ਮਜ਼ਦੂਰੀ ਕਰਨੇ ਹੋ ਜਾ ਕੇ, ਵੀ ਬੱਚੇ ਨੂੰ ਕਈ ਨਹੀਂ ਪੜ੍ਹਾ ਪਾਉਂਦੇ ਮਜ਼ਦੂਰੀ ਕਰਨਾ। ਹਾਂ, ਬਹੁਤ ਬੱਚੇ ਰਹਿ ਜਾਂਦੇ ਆ ਮਜਬੂਰੀਆਂ ਕਾਰਨ, ਮਜ਼ਦੂਰਾਂ ਦੇ ਬੱਚੇ ਰਹਿ ਜਾਂਦੇ, ਮਜਬੂਰੀਆਂ ਕਾਰਨ ਦਿਹਾੜੀਦਾਰਾਂ ਦੇ ਬੱਚੇ ਰਹਿ ਜਾਂਦੇ। ਪਰ ਹੁਣ ਜੇ ਇਸ ਤੋਂ ਛੋਟੀ ਕੁੜੀ ਹੈ ਉਹ 10ਵੀਂ 'ਚੋਂ ਮੈਨੂੰ ਹਟਾਉਣੀ ਪਈ, ਕਿਉਂਕਿ ਇਹਦੀ ਪੜ੍ਹਾਈ ਫਿਰ ਖਰਾਬ ਹੁੰਦੀ ਸੀਗੀ, ਇਸ ਕਰਕੇ ਫਿਰ ਮੈਨੂੰ ਉਹਨੂੰ ਸਕੂਲ 'ਚ ਹਟਾਉਣਾ ਪਿਆ। ਮੈਂ ਕਿਹਾ ਚੱਲ ਪੁੱਤ ਤੈਨੂੰ ਚੱਲ ਅਗਲੇ ਸਾਲ ਪ੍ਰਾਈਵੇਟ ਦੇਖ ਲਾਂਗੇ ਕਿਤੋਂ, ਕੋਈ 5-4 ਹਜ਼ਾਰ ਰੁਪਏ 'ਚ ਕਰਵਾ ਲਾਂਗੇ, ਹੈ ਨਾ। ਇਸ ਕਰਕੇ ਮਜਬੂਰ ਹੋ ਜਾਂਦੇ ਆ, ਸਾਡੇ ਬੱਚੇ ਰਹਿ ਜਾਂਦੇ ਆ। ਇਕੱਲੀ ਉਹ ਬੇਟੀ ਨਹੀਂ, ਹੋਰ ਪੰਜਾਬ ਦੀਆਂ ਬਹੁਤ ਬੇਟੀਆਂ ਜਿਹੜੀਆਂ ਦੱਬੀਆਂ ਰਹਿ ਜਾਂਦੀਆਂ
ਉਹਨਾਂ ਦੀ ਪੜ੍ਹਾਈ ਛੁੱਟ ਜਾਂਦੀ ਹੈ। ਜਿਹੜੇ ਮਜ਼ਦੂਰ ਹੁੰਦੇ ਨੇ ਉਹਨਾਂ ਦੀ ਬੇਟੀਆਂ ਪੜ੍ਹ ਨਹੀਂ ਪਾਉਂਦੀਆਂ, ਨਹੀਂ ਪੜ੍ਹ ਪਾਉਂਦੀਆਂ। ਹਾਂ ਅੱਛਾ, ਜਿਵੇਂ ਹੁਣ ਤੁਸੀਂ ਮਜ਼ਦੂਰੀ ਕਰਨੀ ਹੋ, ਤੁਹਾਡੀ ਬੇਟੀ ਹੁਣ ਕਵਿਤਾ ਹੁਣ ਜਿਵੇਂ ਤੁਸੀਂ ਭੇਜਦੇ ਹੋ, ਕਹਿੰਦੀ ਮੈਂ ਹੁਣ ਲਾਈਨਾਂ ਸੈੱਟ ਵੀ ਕਰ ਲੈਣੀ ਹੈ, ਸ਼ਾਇਦ ਹੋ ਸਕਦਾ ਕਿ ਕੁਛ ਸਾਲਾਂ ਦੇ ਵਿੱਚ ਉਹ ਸਿੱਖ ਵੀ ਜਾਵੇ ਕਵਿਤਾ ਕਿਵੇਂ ਲਿਖਣੀ ਹੈ, ਕਿਵੇਂ ਵਿਅੰਗ ਕੱਸਣਾ ਹੈ, ਕਿਵੇਂ ਇਹ ਚੀਜ਼ਾਂ ਲਿਖਣੀਆਂ ਨੇ। ਫਿਰ ਹੋਰ ਵੀ ਤਾਂ ਇੱਥੇ ਮਾਤਾ ਪਿਤਾ ਹੋਣਗੇ, ਚਲੋ ਸਾਡਾ ਕੰਮ ਹੁੰਦਾ ਵੀ ਜਾ ਕੇ ਜਿਹੜੇ ਗਰੀਬ ਲੋਕ ਨੇ ਜਾਂ ਮਜ਼ਦੂਰ ਲੋਕ ਨੇ ਉਹਨਾਂ ਦੀ ਗੱਲ ਲੈ ਕੇ ਜਾਈ ਜਾਵੇ। ਫਿਰ ਹੋਰ ਵੀ ਇਹੋ ਜਿਹੇ ਲੋਕ ਹੋਣਗੇ ਜੋ ਆਪਦੀ ਕਲਮ ਨਾਲ ਸਹੀ ਅਤੇ ਵਧੀਆ ਲਿਖ ਸਕਦੇ ਨੇ ਪਰ ਅੱਗੇ ਨਹੀਂ ਆ ਪਾ ਰਹੇ। ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਨਾ, ਜੇ ਕੋਈ ਕਿਸੇ ਦੇ ਵਿੱਚ ਕਲਾ ਹੈ ਉਹਨੂੰ ਅੱਗੇ ਆਉਣਾ ਚਾਹੀਦਾ ਵੀ ਚਲੋ ਆਸ ਰੱਖ ਲੈਣੀ ਚਾਹੀਦੀ ਹੈ ਨਾ। ਸਰਕਾਰਾਂ ਤੋਂ ਤਾਂ ਸਾਨੂੰ ਆਸ ਨਹੀਂ ਹੈਗੀ, ਆਪਦੇ ਬੱਚੇ ਤੇ ਆਸ ਰੱਖ ਲੈਣੀ ਚਾਹੀਦੀ ਹੈ ਵੀ ਚਲੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੈ ਕੋਈ ਇੱਦਾਂ ਦਾ ਕੋਈ ਸੁਧਾਰ ਆ ਜੇ ਘਰ ਦੇ ਵਿੱਚ, ਤਾਂ ਇਸ ਤਰ੍ਹਾਂ ਦੇ ਕੋਈ ਬੱਚਾ ਅੱਗੇ ਆਊਗਾ, ਉਹ ਆਪਦੇ ਘਰ ਦੀ ਸਥਿਤੀ ਬਦਲੂਗਾ, ਤਾਂ ਉਹਦੇ ਆਉਣ ਵਾਲਾ ਜਿਹੜਾ ਸਿਸਟਮ ਹੈ ਜਾਂ ਆਉਣ ਵਾਲੇ ਕੋਈ ਹੋਰ ਹੈ ਘਰ ਦੇ ਮੈਂਬਰ, ਉਹਨਾਂ ਦੀ ਕੋਈ ਮਜਬੂਰੀ ਨਾ ਬਣੇ। ਇਸੇ ਕਰਕੇ ਵੀ ਸਾਰੇ ਲੋਕਾਂ ਦੀ ਮਜਬੂਰੀ ਨਾ ਬਣੇ। ਕੋਈ ਜੇ ਕੋਈ ਅੱਗੇ ਆ ਕੇ ਕਿਸੇ ਦੀ ਹੈਲਪ ਕਰਦਾ, ਕਿਸੇ ਦੀ ਮਦਦ ਕਰਦਾ, ਉਹ ਮਜਬੂਰੀ ਨਾ ਬਣੇ, ਉਹ ਜਿਹੜੀ ਕੋਈ ਉਹਦੇ ਵਿੱਚ ਕਲਾ ਹੈ ਉਹ ਅੱਗੇ ਆ ਸਕੇ। ਅੱਛਾ, ਹੋਰ ਕਿਹੜੀ ਇਹਨਾਂ ਨੇ ਕਵਿਤਾ ਤੁਹਾਨੂੰ ਭੇਜੀ ਹੈ, ਤੁਸੀਂ ਲਿਖੀ ਹੈ? ਜਿਵੇਂ ਕਿ ਹੈ ਨਾ ਵੀ ਜਿਹੜੇ ਨਸ਼ੇ ਆ ਗਏ ਜਾਂ ਗੈਂਗਸਟਰ ਆ ਗਏ ਜਾਂ ਹਥਿਆਰ ਆ ਗਏ, ਉਹ ਐਵੇਂ ਤਾਂ ਸਪਲਾਈ ਹੋ ਨਹੀਂ ਜਾਂਦੇ, ਉਹਨਾਂ ਨੂੰ ਕਿਸੇ ਚੀਜ਼ ਦੀ ਸਪੋਰਟ ਹੁੰਦੀ ਆ। ਤਾਂ ਜਿਹੜੀ ਸ਼ਰੇਆਮ ਸਰਕਾਰ ਹੈਗੀ ਉਹ ਖੁੱਲ੍ਹੀ ਸਪੋਰਟ ਕਰਦੀ ਹੈਗੀ ਹੈ ਨਾ, ਸਟੱਡੀ ਲਈ ਜਾਂ ਹੋਰ ਕਿਸੇ ਚੀਜ਼ ਲਈ ਨਹੀਂ ਸਪੋਰਟ ਮਿਲਦੀ ਗੀ। ਤਾਂ ਉਹਦੇ ਲਈ ਇੱਕ ਕਵਿਤਾ ਲਿਖੀ ਸੀ। ਚਿੱਟੇ ਪਾ ਕੇ ਚਿੱਟੇ ਦਿਨ ਇੱਥੇ ਚਿੱਟਾ ਵਿਕਦਾ ਏ, ਮਿਹਨਤੀ ਬੰਦਾ ਗਰੀਬੀ ਦੀ ਚੱਕੀ ਵਿੱਚ ਪਿਸਦਾ ਏ, ਕੋਈ ਗਾਉਣ ਵਾਲਾ ਗੱਲ ਕਰਦਾ ਨਾ ਯੋਧਿਆਂ ਦੀਆਂ ਵਾਰਾਂ ਦੀ, ਭੈੜੇ ਨਸ਼ੇ ਮਾਰੂ ਹਥਿਆਰ ਤੇ ਗੈਂਗਸਟਰ ਇਹ ਵੀ ਦੇਣ ਸਰਕਾਰਾਂ ਦੀ, ਭੈੜੇ ਨਸ਼ੇ ਤੇ ਮਾਰੂ ਹਥਿਆਰ ਗੈਂਗਸਟਰ ਇਹ ਵੀ ਦੇਣ ਸਰਕਾਰਾਂ ਦੀ। ਉਂਝ ਪੰਜਾਬ ਗੁਰਾਂ ਦੀ ਧਰਤੀ ਸਭ ਤੋਂ ਵੱਧ ਪਰ ਠੇਕੇ, ਪਾਕ ਪਵਿੱਤਰ ਸ਼ਹਿਰਾਂ ਦੇ ਵਿੱਚ ਨਸ਼ੇ ਜਾਂਦੇ ਨੇ ਵੇਚੇ, ਚੋਰਾਂ ਦੇ ਨਾਲ ਕੁੱਤੀ ਰਲ ਗਈ ਰਾਖੀ ਬੈਠੀ ਬਾਰਾਂ ਦੀ, ਭੈੜੇ ਨਸ਼ੇ ਮਾਰੂ ਹਥਿਆਰ ਤੇ ਗੈਂਗਸਟਰ ਇਹ ਵੀ ਦੇਣ ਸਰਕਾਰਾਂ ਦੀ। ਟੀਚਰ ਬੈਠੇ ਧਰਨਿਆਂ ਤੇ ਸਕੂਲਾਂ ਵਿੱਚ ਕਰੋਨਾ, ਫਿਰ ਤਾਂ ਛਿੱਤਰ ਇਦਾਂ ਹੀ ਖਾਣੇ ਜੇ ਨਾ ਇਕੱਠੇ ਹੋਣਾ, ਵੈਕਸੀਨ ਵੀ ਵੇਚ ਕੇ ਖਾ ਗਏ ਸੁਰਖੀ ਇਹ ਅਖਬਾਰਾਂ ਦੀ, ਭੈੜੇ ਨਸ਼ੇ ਮਾਰੂ ਹਥਿਆਰ ਤੇ ਗੈਂਗਸਟਰ ਇਹ ਵੀ ਦੇਣ ਸਰਕਾਰਾਂ ਦੀ, ਭੈੜੇ ਨਸ਼ੇ ਤੇ ਮਾਰੂ ਹਥਿਆਰ ਗੈਂਗਸਟਰ ਇਹ ਵੀ ਦੇਣ ਸਰਕਾਰਾਂ ਦੀ। ਭਾਜੀ ਇੱਕ ਹੋਰ ਸਵਾਲ ਹੈ ਕਿ ਪੰਜਾਬ ਨੂੰ ਲੈ ਕੇ ਤੁਸੀਂ ਇੰਨਾ ਕੁਛ ਹੀ ਲਿਖਿਆ, ਪੰਜਾਬ ਨੂੰ ਹਰ ਇੱਕ ਸ਼ਖਸ ਆਉਂਦਾ ਕਹਿੰਦਾ ਮੈਂ ਪੰਜਾਬ ਨੂੰ ਬਚਾਉਣਾ, ਫਿਰ ਪੰਜਾਬ ਕਿਸ ਤੋਂ ਬਚਾਉਣਾ? ਪੰਜਾਬ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰਦੇ ਨੇ, ਨਾਅਰੇ ਦਿੰਦੇ ਨੇ ਵੀ ਪੰਜਾਬ ਬਚਾਉਣਾ, ਪਰ ਸਵਾਲ ਤਾਂ ਇਹ ਹੈ ਕਿ ਪੰਜਾਬ ਨੂੰ ਬਰਬਾਦ ਕਿਹਨੇ ਕੀਤਾ ਪਿਛਲੇ ਸਮੇਂ ਦੇ ਵਿੱਚ, ਹੈ ਨਾ। ਕੋਈ ਪਾਰਟੀ ਲੈ ਕੇ ਆਉਂਦੀ ਹੈ ਵੀ ਮੈਂ ਇਹ ਕੁਛ ਦੇਊਂਗਾ ਜਾਂ ਹਜ਼ਾਰ ਰੁਪਈਆ ਮਹਿਲਾਵਾਂ ਨੂੰ ਦੇਊਂਗਾ, ਤਾਂ ਦੂਜੇ ਉਹਨਾਂ 'ਤੇ ਵਚਨ ਕਰਦੇ ਆ, ਉਹਨਾਂ 'ਤੇ ਸਵਾਲ ਖੜੇ ਕਰ ਦਿੰਦੇ ਆ ਵੀ ਇੰਨਾ ਪੈਸਾ ਇਹ ਕਿੱਥੋਂ ਆਊਗਾ। ਅਤੇ ਉਹਨਾਂ ਨੂੰ ਮੇਰਾ ਸਵਾਲ ਹੈ ਵੀ ਪਹਿਲਾਂ ਵਾਲਾ ਇੰਨਾ ਪੈਸਾ ਗਿਆ ਕਿੱਥੇ? ਤੁਸੀਂ ਇਹ ਸਵਾਲ ਤਾਂ ਕਰਤਾ ਵੀ ਇੰਨਾ ਪੈਸਾ ਜੇ ਕੇਜਰੀਵਾਲ ਸਰਕਾਰ ਜਾਂ ਭਗਵੰਤ ਮਾਨ ਦੀ ਸਰਕਾਰ ਆਉਂਦੀ ਹੈ ਵੀ ਇਹ ਕਿੱਥੋਂ ਆਊਗਾ ਜਿਹੜਾ ਇਹ ਹਜ਼ਾਰ ਰੁਪਏ ਦਾ ਐਲਾਨ ਕਰੀ ਜਾਂਦਾ। ਅਤੇ ਉਹਨਾਂ ਨੂੰ ਇਹ ਸਵਾਲ ਹੈ ਵੀ ਜਿਹੜਾ ਪਹਿਲਾਂ ਪੈਸਾ ਸੀਗਾ ਉਹ ਕਿੱਥੇ ਗਿਆ ਅਤੇ ਕਿਉਂ ਇਹ 3 ਲੱਖ ਕਰੋੜ ਰੁਪਏ ਦਾ ਪੰਜਾਬ ਮੇਰਾ ਕਰਜ਼ਾਈ ਹੋ ਗਿਆ। ਸਾਰਿਆਂ ਨਾਲੋਂ ਪਹਿਲਾਂ ਪੰਜਾਬ 'ਚ ਕਿਹੜਾ ਕੰਮ ਜੋ ਵਧੀਆ ਕਰਨਾ ਚਾਹੀਦਾ ਲੀਡਰਾਂ ਨੂੰ ਆ ਕੇ, ਕਿਹੜਾ ਪੰਜਾਬ 'ਚ ਇਹੋ ਜਿਹੀ ਸਿਉਂਕ ਲੱਗੀ ਹੋਈ ਹੈ ਪੰਜਾਬ ਨੂੰ ਵੀ ਵਧੀਆ ਹੋਣਾ ਚਾਹੀਦਾ ਪੰਜਾਬ, ਸਾਰਿਆਂ ਨਾਲੋਂ ਪਹਿਲਾਂ ਕੰਮ ਕਿਹੜਾ ਕਰਨ ਵਾਲਾ? ਸਾਨੂੰ ਹੈਲਥ ਅਤੇ ਐਜੂਕੇਸ਼ਨ ਦੀ ਲੋੜ ਹੈ। ਜਿਵੇਂ ਹੁਣ ਐਜੂਕੇਸ਼ਨ 'ਤੇ ਮੇਰੀ ਬੇਟੀ ਹੈ, ਇੱਕ ਬੇਟੀ ਦੀ ਪੜ੍ਹਾਈ ਛੁੱਟ ਗਈ, ਉਹ ਐਜੂਕੇਸ਼ਨ ਜੇ ਕੋਈ ਸਰਕਾਰਾਂ ਵੱਲੋਂ ਸਹੂਲਤਾਂ ਹੋਣ ਤਾਂ ਉਹ ਪੜ੍ਹਾਈ ਨਾ ਛੁੱਟਦੀ ਹੈ ਨਾ। ਅਤੇ ਦੂਸਰਾ ਜਿਵੇਂ ਸਾਡੇ ਕੋਈ ਬਜ਼ੁਰਗ ਹੈ ਜਾਂ ਅਸੀਂ ਆ, ਸਾਨੂੰ ਕੋਈ ਡਾਕਟਰੀ ਸਹੂਲਤ ਦੀ ਲੋੜ ਪੈਂਦੀ ਹੈ, ਉਹ ਜੋ ਕੋਈ ਸਾਡਾ ਇਲਾਜ ਫ੍ਰੀ ਕਰਾ ਸਕੇ, ਤਾਂ ਜਾਂ ਹੈਲਥ ਅਤੇ ਪੜ੍ਹਾਈ ਜਿਹੜੀ ਹੈ ਉਹ ਸਾਨੂੰ ਕੋਈ ਸਰਕਾਰ ਚੰਗੇ ਤਰੀਕੇ ਨਾਲ ਵਧੀਆ ਮੁਹੱਈਆ ਕਰਾ ਸਕੇ, ਇਹ ਚੀਜ਼ ਨਾਲ ਆਉਣ ਵਾਲੇ ਸਮੇਂ ਦਾ ਅਤੇ ਪੰਜਾਬ ਦਾ ਬਹੁਤ ਹੀ ਸੁਧਾਰ ਹੋ ਜਾਊਗਾ। ਅੱਛਾ, ਹੋਰ ਕਿਹੜੀ ਕਵਿਤਾ ਜੋ ਤੁਸੀਂ ਲਿਖੀ ਹੈ? ਭਗਵੰਤ ਮਾਨ ਦੀ ਕਵਿਤਾ ਲਿਖੀ ਹੈ। ਮਤਲਬ ਜਿਵੇਂ ਕਿ ਹੁਣ ਪਹਿਲਾਂ ਵਾਲੇ ਜੋ ਹੈ ਨਾ ਕਾਂਗਰਸ ਸੀਗੇ, ਅਕਾਲੀ ਦਲ ਸੀ, ਉਹਨਾਂ ਨੇ ਤਾਂ ਕੁਛ ਕੀਤਾ ਨਹੀਂ, ਬਹੁਤ ਵਾਰੀ ਉਹਨਾਂ ਨੂੰ ਦੇਖ ਲੈਣਾ, ਬਹੁਤ ਸਮਾਂ ਦਿੱਤਾ, ਹੁਣ ਕੁਛ ਨਵਾਂ ਚੇਂਜ ਆਉਣਾ ਚਾਹੀਦਾ ਗਾ, ਹੈ ਨਾ। ਜਿਵੇਂ ਕਿ ਆਪਣੇ ਭਗਵੰਤ ਮਾਨ ਸਾਹਿਬ ਨੇ, ਹੈ ਨਾ, ਉਹ ਵੀ ਇੱਕ ਆਮ ਜਿਹੇ ਇਨਸਾਨ ਨੇ, ਹੈ ਨਾ, ਮਤਲਬ 2 ਵਾਰੀ MP ਵੀ ਬਣ ਗਏ, ਬਟ ਉਹਨਾਂ ਦੀ ਜ਼ਮੀਨ ਵਧਣ ਦੀ ਬਜਾਏ ਘੱਟ ਹੀ ਆ ਗਈ, ਹੈ ਨਾ, ਵਧੀ ਨਹੀਂ ਹੈਗੀ। ਤਾਂ ਉਹਦੇ ਲਈ ਇੱਕ ਕਵਿਤਾ ਲਿਖੀ ਸੀ।
ਪਿੰਡ ਹੈ ਸਤੌਜ ਮੁੰਡਾ ਮਾਨਾ ਦਾ ਜੋ ਵੱਜੇ, ਸੰਸਦ ਦੇ ਵਿੱਚ ਜਿਹੜਾ ਸ਼ੇਰ ਵਾਂਗੂ ਗੱਜੇ। ਲੱਗ ਜਾਵੇ ਨਾ ਨਜ਼ਰ ਓਏ ਜਨਾਬ ਨੂੰ, ਡੋਲੀ ਨਾ ਤੂੰ ਮਾਨਾ ਮਾਂ ਦੇ ਸ਼ੇਰ ਜਵਾਨਾ, ਤੇਰੇ ਉੱਤੇ ਆਸਾ ਵੀਰਿਆ ਪੰਜਾਬ ਨੂੰ। ਡੋਲੀ ਨਾ ਤੂੰ ਮਾਨਾ ਮਾਂ ਦੇ ਸ਼ੇਰ ਜਵਾਨਾ, ਤੇਰੇ ਉੱਤੇ ਆਸਾ ਬੜੀਆਂ ਪੰਜਾਬ ਨੂੰ। ਵੱਡੇ ਵੱਡੇ ਲੀਡਰਾਂ ਨੂੰ ਖੁੰਝੇ ਤੂੰ ਤਾਂ ਲਾਤਾ ਹੋਏ, ਆਪਣੇ ਹੱਕਾਂ ਦੇ ਲਈ ਲੋਕਾਂ ਨੂੰ ਜਗਾਤਾ ਹੋਏ। ਸੇਵਾ ਲੋਕਾਂ ਦੀ ਜੋ ਆਖਦੇ ਸੀ ਗੁੰਡਾ ਰਾਜ ਨੂੰ, ਡੋਲੀ ਨਾ ਤੂੰ ਮਾਨਾ ਮਾਂ ਦੇ ਸ਼ੇਰ ਜਵਾਨਾ, ਤੇਰੇ ਉੱਤੇ ਆਸਾ ਵੀਰਿਆ ਪੰਜਾਬ ਨੂੰ। ਰੋਂਦੀਆਂ ਨੇ ਮਾਵਾਂ ਵੀਰੇ ਭੈਣਾਂ ਨੂੰ ਗਵਾ ਲਏ, ਬਾਪੂਆਂ ਦੇ ਪੁੱਤ ਇੱਥੇ ਨਸ਼ਿਆਂ ਨੂੰ ਖਾ ਲਏ। ਭੈੜੇ ਲੀਡਰਾਂ ਨੇ ਲਾਇਆ ਨਸ਼ਿਆਂ ਦੇ ਜਾਗ ਨੂੰ, ਡੋਲੀ ਨਾ ਤੂੰ ਮਾਨਾ ਮਾਂ ਦੇ ਸ਼ੇਰ ਜਵਾਨਾ, ਤੇਰੇ ਉੱਤੇ ਆਸਾ ਬੜੀਆਂ ਪੰਜਾਬ ਨੂੰ। ਕੋਈ ਧਰਮ ਨਹੀਂ ਸੇਫ ਅੱਗਾ ਥਾਂ ਥਾਂ ਤੇ ਲੱਗੀਆਂ, ਗੁਰੂ ਦੀ ਗੋਲਕ ਨਾਲ ਵੀ ਮਾਰ ਜਾਣ ਠੱਗੀਆਂ। ਕਈ ਤਾਂ ਦੇਖ ਕੇ ਮਾਹੌਲ ਚੜ ਗਏ ਜਹਾਜ਼ ਨੂੰ, ਡੋਲੀ ਨਾ ਤੂੰ ਮਾਨਾ ਮਾਂ ਦੇ ਸ਼ੇਰ ਜਵਾਨਾ, ਤੇਰੇ ਉੱਤੇ ਆਸਾਂ ਬੜੀਆਂ ਪੰਜਾਬ ਨੂੰ। ਕਿੰਨਾ ਚਿਰ ਲੋਕਾਂ ਨੇ ਜ਼ੁਲਮ ਜਰਨੇ, ਖੌਰੇ ਕਿੰਨਾ ਚਿਰ ਲਾਉਣੇ ਪੈਣੇ ਧਰਨੇ। ਉਸ ਵਾਹਿਗੁਰੂ ਤੇ ਆਸਾਂ ਰੱਖ ਲਊਗਾ ਲਾਜ ਨੂੰ, ਡੋਲੀ ਨਾ ਤੂੰ ਮਾਨਾ ਮਾਂ ਦੇ ਸ਼ੇਰ ਜਵਾਨਾ, ਤੇਰੇ ਉੱਤੇ ਆਸਾਂ ਵੀਰਿਆ ਪੰਜਾਬ ਨੂੰ। ਡੋਲੀ ਨਾ ਤੂੰ ਮਾਨਾ ਮਾਂ ਦੇ ਸ਼ੇਰ ਜਵਾਨਾ, ਤੇਰੇ ਉੱਤੇ ਆਸਾਂ ਬੜੀਆਂ ਪੰਜਾਬ ਨੂੰ। ਭਾਜੀ ਇੱਕ ਮੇਰਾ ਸਵਾਲ ਹੈ, ਜਦੋਂ ਤੁਸੀਂ ਗੱਲ ਕਰਦੇ ਸੀ ਤੁਹਾਡੇ ਅੱਖਾਂ 'ਚ ਹੰਝੂ ਕਿਉਂ ਸੀ? ਭਾਵੁਕ ਹੋ ਜਾਂਦਾ ਬਾਈ ਜੀ, ਪੰਜਾਬ ਦੇ ਹਾਲਾਤਾਂ ਨੂੰ ਦੇਖ ਕੇ ਭਾਵੁਕ ਹੋ ਜਾਈਦਾ। ਜਿਹੜਾ ਵਿਚਰਦਾ ਪੰਜਾਬ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਦੇਖ ਕੇ ਬਸ ਭਾਵੁਕ ਹੋ ਜਾਂਦਾ ਤੇ ਅੱਖਾਂ 'ਚ ਹੰਝੂ ਆ ਜਾਂਦੇ। ਪੰਜਾਬ ਦੇ ਹਾਲਾਤ ਜੋ ਨੇ, ਐਜੂਕੇਸ਼ਨ ਦੀ ਗੱਲ ਕਰ ਲਈਏ, ਸਿੱਖਿਆ ਦੀ ਗੱਲ, ਐਜੂਕੇਸ਼ਨ ਸਿੱਖਿਆ ਹਸਪਤਾਲ ਹੈਲਥ, ਇਹ ਚੀਜ਼ ਨਹੀਂ ਹੈਗੀ। ਇਹ ਚੀਜ਼ ਨਹੀਂ ਹੈਗੀ, ਤਾਂ ਕਰਕੇ ਭਾਵੁਕ ਹੋ ਜਾਈਦਾ ਵੀ ਇੱਦਾਂ ਦੇ ਬਹੁਤ ਲੋਕ ਹੈ ਜਿਹੜਾ ਨਾ ਇੰਟੈਲੀਜੈਂਟ ਦੱਬਿਆ ਰਹਿ ਜਾਂਦਾ, ਛੁਪੇ ਰਹਿ ਜਾਂਦਾ ਵੀ ਇਹ ਨਕੰਮੀਆਂ ਸਰਕਾਰਾਂ ਦੀ ਦੇਣ ਆ ਸਾਨੂੰ। ਜੋ ਅੱਜ ਤੱਕ ਸਾਨੂੰ ਸਿਰਫ ਗਲੀਆਂ ਤੇ ਨਾਲੀਆਂ ਦੇ ਵਿੱਚ ਹੀ ਉਲਝਾਈ ਬੈਠੇ, ਇਸੇ ਨੂੰ ਵਿਕਾਸ ਆਖੀ ਜਾਂਦੇ ਆ। ਸਾਨੂੰ ਨਾ ਚੰਗੀ ਸਿਹਤ ਸਹੂਲਤ ਹੈ ਤੇ ਨਾ ਹੀ ਸਾਨੂੰ ਚੰਗੀ ਸਿੱਖਿਆ, ਚੰਗੀ ਪੜ੍ਹਾਈ ਦਿੰਦੇ ਆ। ਤੇ ਬਸ ਮਜ਼ਦੂਰ ਦੀ ਤਾਂ ਖਾਸ ਕਰਕੇ ਮਜਬੂਰੀ ਹੋ ਜਾਂਦੀ ਹੈ ਤੇ ਇਸ ਕਰਕੇ ਬਹੁਤ ਹੀ ਰਹਿ ਜਾਂਦੇ ਬੰਦੇ, ਜਿਹੜੇ ਬੱਚੇ ਜਿਹੜੇ ਉਹ ਹੋ ਜਾਂਦੇ ਹੈਗੇ, ਰਹਿ ਜਾਂਦੇ, ਉਹਨਾਂ ਦਾ ਟੈਲੈਂਟ ਛੁਪਿਆ ਰਹਿ ਜਾਂਦਾ। ਜਿਵੇਂ ਹੁਣ ਤੁਸੀਂ ਦੇਖੋ ਵੀ ਇਹਨਾਂ ਦਾ ਇੱਕੋ ਹੀ ਟੀਚਾ ਹੈ ਨਾ, ਜੇ ਤੁਸੀਂ ਸੁਖਬੀਰ ਬਾਦਲ ਲਾ ਲਓ, ਉਹਨਾਂ ਦਾ ਵੀ ਇੱਕੋ ਹੀ ਟੀਚਾ ਹੈ ਵੀ ਬਸ ਭਗਵੰਤ ਮਾਨ ਨੂੰ ਹਰਾਉਣਾ। ਤੇ ਸਿੱਧੂ ਹੈ, ਉਹਦਾ ਵੀ ਇੱਕੋ ਹੀ ਉਹ ਹੈ ਵੀ ਭਗਵੰਤ ਮਾਨ ਨੂੰ ਹਰਾਉਣਾ। ਤੇ ਚੰਨੀ ਹੈ, ਉਹਦਾ ਵੀ ਇੱਕੋ ਹੀ ਹੈ ਵੀ ਬਸ ਭਗਵੰਤ ਮਾਨ ਨੂੰ ਹਰਾਉਣਾ। ਤੇ ਭਗਵੰਤ ਮਾਨ ਦਾ ਇੱਕੋ ਟੀਚਾ ਹੈ ਕਿ ਉਹ ਕਹਿੰਦਾ ਵੀ ਮੈਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ। ਤੇ ਉਸ ਕਰਕੇ ਨਾ ਬਹੁਤ ਰਹਿ ਜਾਂਦੇ ਵੀ ਜੇ ਇਹ ਇਹਨਾਂ 'ਚ ਲੋਕਾਂ ਸਰਕਾਰਾਂ ਨੇ ਸਾਡੇ ਪੰਜਾਬ ਦਾ, ਜਿਵੇਂ ਸਰਦਾਰ ਮਾਨ ਸਾਹਿਬ ਸੋਚਦੇ ਇਹਨਾਂ ਨੇ ਪਹਿਲਾਂ ਸੋਚਿਆ ਹੁੰਦਾ ਜਾਂ ਕਰਿਆ ਹੁੰਦਾ ਤਾਂ ਸ਼ਾਇਦ ਅੱਜ ਸਾਨੂੰ ਨਾ ਭਾਵੁਕ ਹੋਣਾ ਪੈਂਦਾ। ਅੱਛਾ, ਹੋਰ ਵੀ ਕੁਝ ਲਿਖਿਆ ਤੁਸੀਂ? ਹਾਂਜੀ, ਕਵਿਤਾ ਹੋਰ ਲਿਖੀ ਆ ਗਈ ਸਰਦਾਰ ਭਗਵੰਤ ਸਿੰਘ ਮਾਨ ਦੇ। ਪਿੰਡ ਸਤੌਜ ਦਾ ਜੰਪਲ ਗੱਭਰੂ ਨਾ ਭਗਵੰਤ ਮਾਨ, ਫਿਲਮਾਂ ਦੇ ਵਿੱਚ ਕੰਮ ਕਰਦਿਆਂ ਖੂਬ ਕਮਾਇਆ ਨਾਮ। ਅੱਜ ਵੀ ਪਿਆਰ ਬਥੇਰਾ ਮਿਲਦਾ ਸੂਰਜ ਵਾਂਗੂ ਚੜਿਆ, ਪੰਜਾਬ ਮੇਰੇ ਨੂੰ ਰੋਂਦਾ ਵੇਖ ਕੇ ਵਿੱਚ ਸਿਆਸਤ ਵੜਿਆ। ਪੰਜਾਬ ਮੇਰੇ ਨੂੰ ਰੋਂਦਾ ਵੇਖ ਕੇ ਵਿੱਚ ਸਿਆਸਤ ਵੜਿਆ। ਸੱਚ ਬੋਲ ਕੇ ਲੀਡਰਾਂ ਨੂੰ ਉਹ ਜਾਂਦਾ ਭਾਜੜਾ ਪਾਈ, ਰੀਲਾਂ ਦੇ ਵਿੱਚ ਕਮੇਡੀ ਕਰਕੇ ਦੱਸੀ ਜਿੰਨੇ ਸੱਚਾਈ। ਢੀਂਡਸੇ ਵਰਗੇ ਸਮਾਜ ਕੇ ਧਰਤੇ ਵੋਟਾਂ ਵਿੱਚ ਜਦ ਖੜਿਆ, ਪੰਜਾਬ ਮੇਰੇ ਨੂੰ ਰੋਂਦਾ ਵੇਖ ਕੇ ਵਿੱਚ ਸਿਆਸਤ ਵੜਿਆ। ਪੰਜਾਬ ਮੇਰੇ ਨੂੰ ਰੋਂਦਾ ਵੇਖ ਕੇ ਵਿੱਚ ਸਿਆਸਤ ਵੜਿਆ। ਆਫਰ ਜਿਹਨੂੰ ਬਥੇਰੇ ਆਏ ਚੁੱਕਿਆ ਤੇ ਨਾ ਵਿਕਿਆ, ਮੁੜ ਪੰਜਾਬ ਬਣਾਉਣਾ ਇੱਕੋ ਟੀਚਾ ਮੱਥਿਆ। ਲੋਕ ਸਭਾ ਵਿੱਚ ਬੀਜੇਪੀ ਨਾਲ ਬਹੁਤ ਵਾਰੀ ਜੋ ਅੜਿਆ, ਪੰਜਾਬ ਮੇਰੇ ਨੂੰ ਰੋਂਦਾ ਵੇਖ ਕੇ ਵਿੱਚ ਸਿਆਸਤ ਵੜਿਆ। ਕਰਜ਼ੇ ਦੀ ਪੰਡ ਆਏ ਦਿਨ ਹੀ ਕਰਤੀ ਜਿੰਨਾ ਭਾਰੀ, 5-5 ਸਾਲ ਦੀ ਬੰਨੀ ਬੈਠੇ ਜਿਉਂ ਪਾਣੀ ਦੀ ਵਾਰੀ। ਗਲੀਆਂ ਦੇ ਵਿੱਚ ਬਾਣੀ ਰੋਲਤੀ ਦਿਲ ਭੋਰਾ ਨਾ ਡਰਿਆ, ਪੰਜਾਬ ਮੇਰੇ ਨੂੰ ਰੋਂਦਾ ਦੇਖ ਕੇ ਵਿੱਚ ਸਿਆਸਤ ਵੜਿਆ। ਪੰਜਾਬ ਰੰਗਲਾ ਫਿੱਕਾ ਪੈ ਗਿਆ ਹੋਰ ਕਰ ਦਿਓ ਗੂੜਾ, ਝਾੜੂ ਦੇ ਨਾਲ ਸਾਫ਼ ਕਰ ਦਿਓ ਭ੍ਰਿਸ਼ਟਾਚਾਰ ਦਾ ਕੂੜਾ। ਵੇਲਾ ਮੁੜ ਕੇ ਹੱਥ ਨਹੀਂ ਆਉਣਾ ਇੱਕ ਵਾਰੀ ਜਾ ਵੜਿਆ, ਪੰਜਾਬ ਮੇਰੇ ਨੂੰ ਰੋਂਦਾ ਵੇਖ ਕੇ ਵਿੱਚ ਸਿਆਸਤ ਵੜਿਆ। ਪੰਜਾਬ ਮੇਰੇ ਨੂੰ ਰੋਂਦਾ ਵੇਖ ਕੇ ਵਿੱਚ ਸਿਆਸਤ ਵੜਿਆ। ਇੱਕੋ ਆਸ ਬੱਜੀ ਹੈ ਬਾਕੀ ਤਾਂ ਹੀ ਮਾਣ ਦਾ ਪੱਲਾ ਫੜਿਆ, ਇੱਕੋ ਆਸ ਬੱਜੀ ਹੈ ਬਾਕੀ ਤਾਂ ਹੀ ਆਪ ਦਾ ਪੱਲਾ ਫੜਿਆ। ਜੇ ਤੁਸੀਂ ਕਵਿਤਾ ਲਿਖੀਆਂ ਨੇ, ਜਦੋਂ ਇਹ ਕਵਿਤਾ ਤੁਸੀਂ ਸੋਸ਼ਲ ਮੀਡੀਆ 'ਤੇ ਪਾਉਂਦੇ ਹੋ ਜਾਂ ਸੁਣਾਉਂਦੇ ਵੀ ਹੁੰਦੇ ਹੋ ਆਪਣੇ ਕਲਾਸ ਦੇ ਵਿੱਚ ਜਾਂ ਟੀਚਰ ਦੇ ਸਾਹਮਣੇ, ਤੇ ਕੀ ਕਹਿੰਦੇ ਨੇ? ਟੀਚਰਸ ਦੇ ਸਾਹਮਣੇ ਤਾਂ ਨਹੀਂ ਕਦੇ ਸੁਣਾਈ ਗਈ, ਮਤਲਬ ਕੋਈ ਇੱਦਾਂ ਦਾ ਮੌਕਾ ਜਾਂ ਨਹੀਂ ਮਿਲਦਾ ਹੈ ਨਾ। ਮਤਲਬ ਮੇਰੀ ਯੂਨੀਵਰਸਿਟੀ ਅਕਾਲ ਯੂਨੀਵਰਸਿਟੀ ਆ, ਉੱਥੇ ਜ਼ਿਆਦਾਤਰ ਮਤਲਬ ਅਕਾਲ ਯੂਨੀਵਰਸਿਟੀ ਆ ਨਾ, ਤਾਂ ਉੱਥੇ ਮੋਸਟਲੀ ਮਤਲਬ ਸਿੱਖ ਰਿਜ਼ਮ ਨਾਲ ਹੈ ਨਾ ਰਿਲੇਟਡ ਉੱਥੇ ਉਹ ਹੁੰਦਾ ਹੈ ਨਾ।
ਮਤਲਬ ਪ੍ਰੋਗਰਾਮ ਵਗੈਰਾ ਹੁੰਦੇ ਨੇਗੇ ਤਾਂ ਇੱਦਾਂ ਉੱਥੇ ਤਾਂ ਕਦੇ ਸੁਣਾਉਣ ਦਾ ਮੌਕਾ ਨਹੀਂ ਮਿਲਿਆ। ਬਟ ਜੋ ਮੈਂ ਚੈਨਲ ਬਣਾਇਆ ਹੋਗਾ YouTube 'ਤੇ ਬਣਾਇਆ ਹੋਇਆਗਾ ਉਹ ਮੈਂ ਜ਼ਰੂਰ ਆਪਣੇ ਫਰੈਂਡਸ 'ਚ ਸ਼ੇਅਰ ਕਰਦੀ ਆਂਗੀ ਹੈ ਨਾ, ਅਤੇ ਉਹਨਾਂ ਨੂੰ ਸੁਣਾ ਦਿੰਦੀ ਹੁੰਦੀ ਆਂਗੀ ਕਿਉਂਕਿ ਮੋਸਟਲੀ ਨਾ ਮਤਲਬ ਪਾਪਾ ਨਾਲ ਕਿਵੇਂ ਦਾ ਪਿਆਰ ਹੈਗਾ ਇਹ ਜਦੋਂ ਮਤਲਬ ਕੁੜੀਆਂ ਪੁੱਛਦੀਆਂ ਨੇ ਤੇਰੇ ਪਾਪਾ ਕਿਵੇਂ ਰਹਿੰਦੇ ਨੇ ਤੇਰੇ ਨਾਲ ਹੈ ਨਾ, ਤਾਂ ਉਦੋਂ ਬਸ ਮੇਰੇ ਕੋਲ ਇੱਕ ਹੀ ਚੀਜ਼ ਹੁੰਦੀ ਹੈ ਵੀ ਮੈਂ ਅਤੇ ਮੇਰੇ ਪਾਪਾ ਤਾਂ ਬਸ ਆਹੀ ਕੁਛ ਕਰਦੇ ਆਂਗੇ, ਅਤੇ ਫਿਰ ਮੈਂ ਉਦੋਂ ਉਹਨਾਂ ਨੂੰ ਇਹ ਚੀਜ਼ਾਂ ਦਿਖਾ ਦਿੰਦੀ ਹੈਗੀ। ਕਵਿਤਾ ਹੀ ਲਿਖਦੇ ਹੋ? ਹਾਂਜੀ ਮੋਸਟਲੀ ਮੇਰੇ ਤੇ ਪਾਪਾ ਵਿੱਚ ਜਦ ਵੀ ਮਤਲਬ ਮੈਂ ਤਾਂ ਹੋਸਟਲ 'ਚ ਹੀ ਰਹਿੰਦੀ ਸੀਗੀ, ਹੁਣ ਜਦੋਂ ਆਈ ਹੈਗੀ ਮੇਰੇ ਤੇ ਪਾਪਾ 'ਚ ਜਦ ਵੀ ਗੱਲ ਹੁੰਦੀ ਹੈਗੀ ਬਸ ਇਹਨਾਂ ਚੀਜ਼ਾਂ ਬਾਰੇ ਹੁੰਦੀ ਹੈਗੀ। ਜਦੋਂ ਇਹ ਲਿਖਦੇ ਨੇ ਲਿਖ ਕੇ ਭੇਜਦੇ ਨੇ ਫਿਰ ਜਦੋਂ ਤੁਸੀਂ ਬਾਅਦ 'ਚ ਲਿਖਦੇ ਹੋ ਲਿਖ ਕੇ ਬੋਲਦੇ ਹੋ ਜਾ ਕੇ ਸੋਸ਼ਲ ਮੀਡੀਆ 'ਤੇ ਬੋਲਦੇ ਹੋ ਫਿਰ ਤੁਹਾਨੂੰ ਪਤਾ ਵੀ ਤੁਹਾਡੇ ਡੈਡੀ ਸਹੀ ਲਿਖਦੇ ਨੇ ਪਾਪਾ ਤੁਹਾਡੇ ਸਹੀ ਲਿਖਦੇ ਪਏ ਨੇ? ਹਾਂ ਜੋ ਕੁਛ ਮਤਲਬ ਮੇਰੇ ਪਾਪਾ ਐਵੇਂ ਹੈਗਾ ਮਤਲਬ ਜੋ ਅੱਜ ਚੀਜ਼ਾਂ ਵਿਚਰ ਰਹੀਆਂ ਨੇ ਹੋ ਰਿਹਾ ਜੋ ਸਾਰਾ ਕੁਛ ਉਹਦੇ ਬਾਰੇ ਲਿਖਦੇ ਹੈਗੇ, ਅਤੇ ਇਹ ਤਾਂ ਹੁਣ ਪਤਾ ਵੀ ਇਹ ਠੀਕ ਹੈਗਾ ਕਿਉਂਕਿ ਆਪਾਂ ਦੇਖਿਆ ਹੋਇਆ ਗਾ ਕਿ ਸਾਰਾ ਕੁਛ ਹੋ ਰਿਹਾ ਗਾ। ਸੋਸ਼ਲ ਮੀਡੀਆ ਦੇਖਦੇ ਹੋ ਤੁਸੀਂ ਵੀ? ਹਾਂਜੀ ਸੋਸ਼ਲ ਮੀਡੀਆ ਦੇਖਦੇ ਹੋ ਵੀ ਕਿਵੇਂ ਕਿਵੇਂ ਖਬਰਾਂ ਆਉਂਦੀਆਂ ਨੇ? ਹਾਂਜੀ ਮਤਲਬ ਦੇਖ ਲਈਦਾ ਗਾ ਜਾਂ ਉੱਦਾਂ ਵੀ ਹੁਣ ਜਿਹੜਾ ਕੁਛ ਹੋ ਹੀ ਰਿਹਾ ਇੰਨਾ ਕੁਛ ਸੋਸ਼ਲ ਮੀਡੀਆ 'ਤੇ ਜਾਣ ਦੀ ਲੋੜ ਹੀ ਨਹੀਂ ਗੀ, ਚਾਰੇ ਪਾਸੇ ਇੰਨੀ ਕਰਪਟੈਂਸੀ ਹੈਗੀ ਹੈ ਨਾ ਕਿ ਸਾਰਾ ਕੁਛ ਆਮ ਹੀ ਹੋ ਰਿਹਾ ਗਾ, ਸਾਰਾ ਕੁਛ ਪਤਾ ਲੱਗ ਰਿਹਾ ਗਾ। ਸਕੂਲ ਕਾਲਜ ਬੰਦ ਕਰਤੇ ਹੈਗੇ, ਅਸੀਂ ਘਰੇ ਬੈਠੇ ਆਂਗੇ ਪੜ੍ਹਾਈ ਵੱਲੋਂ ਬੈਠੇ ਆਂਗੇ ਹੈ ਨਾ। 4 ਦਿਨਾਂ ਨੂੰ ਹੁਣ ਆਰਮੀ ਦੇ ਪੇਪਰ ਆ ਗਏ ਉਹ ਵੀ ਉਹ ਕਰਤੇ ਸੀਗੇ ਹੈ ਨਾ, ਅਤੇ ਜੇ ਹੁਣ ਅਸੀਂ ਕੁਛ ਪੜ੍ਹੇ ਲਿਖੇ ਨਹੀਂ ਤਾਂ 4 ਦਿਨਾਂ ਨੂੰ ਕੁਛ ਮਤਲਬ ਕੁਛ ਮੰਗ ਨਹੀਂ ਸਕਦੇ ਗੇ ਉਹਨਾਂ ਤੋਂ ਹੈ ਨਾ, ਕਿਉਂਕਿ ਐਜੂਕੇਸ਼ਨ ਨਹੀਂ ਹੈਗੀ ਗੀ, ਚੰਗੀ ਐਜੂਕੇਸ਼ਨ ਨਹੀਂ ਹੈਗੀ ਗੀ ਸਾਡੇ ਕੋਲ, ਨਾ ਹੀ ਬਸ ਆਹੀ ਕੁਛ ਰਹਿ ਜਾਣਾ ਗਾ, ਕੋਈ ਚੰਗੀ ਪੋਸਟ 'ਤੇ ਤਾਂ ਹੋਣਾ ਨਹੀਂ ਗਾ ਫਿਰ ਅਸੀਂ। ਤੁਸੀਂ ਸਾਰੀ ਗੱਲਬਾਤ ਸੁਣੀਏ, ਸਾਡੇ ਨਾਲ ਮੌਜੂਦ ਸਨ ਦੀਪ ਨਸੀਬਪੁਰਾ ਤੇ ਬਿੱਟੂ ਨਸੀਬਪੁਰ ਤੋਂ, ਪਿੰਡ ਪੈਂਦਾ ਬਠਿੰਡੇ ਤੋਂ ਪਹਿਲਾਂ ਹੀ ਤਲਵੰਡੀ ਸਾਬੋ ਦੇ ਤੇ ਬਠਿੰਡੇ ਦੇ ਵਿਚਕਾਰ। ਤਾਂ ਇੰਟਰਵਿਊ ਕਰਨ ਦਾ ਮਕਸਦ ਇਹੀ ਸੀ ਕਿ ਅਲੱਗ-ਅਲੱਗ ਤਰੀਕੇ ਦੇ ਨਾਲ ਵਿਅੰਗ ਵੀ ਕੱਸੇ ਜਾਂਦੇ ਨੇ, ਕਵਿਤਾ ਰਾਹੀਂ ਵੀ ਲੋਕ ਆਪਣੀ ਗੱਲ ਦੱਸਦੇ ਨੇ ਪੰਜਾਬ ਕਿੱਧਰ ਨੂੰ ਜਾ ਰਿਹਾ। ਹਰ ਇੱਕ ਵਿਅਕਤੀ ਦਾ ਫਰਜ਼ ਹੈ ਬੋਲਣਾ, ਅਤੇ ਦੂਸਰੇ ਪਾਸੇ ਕਿ ਵਾਕਈ ਸਾਡੀਆਂ ਸਰਕਾਰਾਂ ਨੇ ਉਹ ਕੰਮ ਕੀਤੇ ਨੇ ਜੋ ਉਹਨਾਂ ਨੇ ਕਵਿਤਾ ਰਾਹੀਂ ਦੱਸਿਆ। ਜੋ ਭਾਜੀ ਨੇ ਗੱਲ ਕੀਤੀ ਹੈ ਹੈਲਥ ਅਤੇ ਐਜੂਕੇਸ਼ਨ, ਕਿ ਵਾਕਈ ਇਸ ਉੱਪਰ ਕੋਈ ਪਾਰਟੀ ਸੋਚਦੀ ਹੈ ਕਿ ਜਾਂ ਸਿਰਫ ਏਜੰਡਾ ਇਹ ਹੁੰਦਾ ਕਿ ਦੂਸਰੇ ਦੇ ਖਿਲਾਫ ਬੋਲ ਕੇ ਵੋਟਾਂ ਵਟੋਰਨੀਆਂ ਨੇ। ਫੈਸਲਾ ਤੁਸੀਂ ਕਰਨਾ, ਉਮੀਦਵਾਰ ਦੀ ਕਿਸਮਤ ਵਿੱਚ ਕੀ ਲਿਖਿਆ ਜਾਂ ਉਮੀਦਵਾਰ ਦੀ ਕਿਸਮਤ 'ਚ ਕੀ ਲਿਖਣਾ ਚਾਹੁੰਦੇ ਹੋ ਫੈਸਲਾ ਤੁਸੀਂ ਕਰਨਾ, ਪਰ ਉਸ ਤੋਂ ਪਹਿਲਾਂ ਸਵਾਲ ਪੁੱਛ ਲੈਣਾ ਵੀ ਸਵਾਲ ਪੁੱਛ ਲੈਣਾ ਕੀਤਾ ਕੀ ਹੈ ਅਤੇ ਕੀ ਕਰੋਗੇ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੁਹਾਡੇ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ। ਸ਼ਾਇਦ ਜਿਨ੍ਹਾਂ ਦੀ ਵੋਟ ਵੀ ਨਾ ਬਣੀ ਹੋਈ ਉਹਨਾਂ ਦੇ ਭਵਿੱਖ ਦਾ ਸਵਾਲ ਹੈ, ਉਹ ਕਰਨਗੇ ਕੀ ਅੱਗੇ ਜਾ ਕੇ ਜੇ ਸਵਾਲ ਨਹੀਂ ਕੀਤੇ।